हाँ जी बच्चे, सब तो पहला गुड इवनिंग सारे बच्चों ਨੂੰ। सॉरी मैं ਤੁਹਾਨੂੰ ਅੱਜ ਰਾਤ ਦੇ ਟਾਈਮ ਤੇ ਡਿਸਟਰਬ ਕਰ ਰਹੀ ਹਾਂ। ਉਹਦਾ ਰੀਜ਼ਨ ਇਹ ਹੈ ਕਿ ਇੱਕਦਮ ਅਨਾਉਂਸ ਹੋ ਗਏ ਆ ਪ੍ਰੀ ਬੋਰਡ। ਸੋ ਪ੍ਰੀ ਬੋਰਡ ਕਿਉਂਕਿ ਸਾਡੇ ਕੋਲ ਇੱਕਦਮ ਅਨਾਉਂਸ ਹੋ ਗਏ ਤਾਂ ਬਹੁਤ ਬੱਚੇ ਇਹ ਰਿਕੁਐਸਟ ਕਰ ਰਹੇ ਆ, ਮੈਨੂੰ ਮੈਸੇਜ ਪਾ ਰਹੇ ਆ ਕਿ ਮੈਮ ਸਾਨੂੰ ਪ੍ਰੋਪਰ ਸਿਲੇਬਸ ਹੀ ਨਹੀਂ ਪਤਾ। ਇੱਥੋਂ ਤੱਕ ਕਿ ਕਈ ਬੱਚੇ ਫਸਟ ਟਰਮ ਦੇ ਲੈਸਨਸ ਦੇ ਕੁਐਸਚਨ ਮੇਰੇ ਨਾਲ ਡਿਸਕਸ ਕਰ ਰਹੇ ਆ। ਉਹਨਾਂ ਨੂੰ ਫਿਰ ਮੈਂ ਦੱਸਦੀ ਹਾਂ ਕਿ ਬੇਟੇ ਫਸਟ ਟਰਮ ਦਾ ਲੈਸਨ ਹੈ, ਇਹ ਤੁਸੀਂ ਨਹੀਂ ਕਰਨਾ, ਇਹ ਤੁਹਾਨੂੰ ਨਹੀਂ ਆਣਾ। ਸੋ ਇਹ ਜੀ ਕੁਛ ਇੱਕ ਕਨਫਿਊਜ਼ਨਸ ਨੂੰ ਦੂਰ ਕਰਨ ਦੇ ਲਈ ਅੱਜ ਹੁਣ ਮੈਂ ਸੋਚਿਆ ਕਿ ਬੱਚਿਆਂ ਦੇ ਕਿਉਂਕਿ 14th ਤੋਂ ਪ੍ਰੀ ਬੋਰਡ ਸਟਾਰਟ ਹੈ, ਸੋ ਸਕੂਲਾਂ ਨੇ ਡੇਟ ਸ਼ੀਟ ਖੁਦ ਬਣਾਈ ਹੈ। ਸੋ ਉਹਦੇ ਕਰਕੇ ਬੱਚਿਆਂ ਨੂੰ ਹੋ ਸਕਦਾ ਹੈ ਕਿਸੇ ਦਾ ਪੋਲੀਟੀਕਲ ਸਾਇੰਸ ਦਾ ਪੇਪਰ ਪਹਿਲਾਂ ਰੱਖ ਹੋ ਜੇ, ਜਿੱਦਾਂ ਮੇਰਾ ਹੀ 14th ਨੂੰ ਮੈਂ ਰੱਖਿਆ ਹੋਇਆ ਹੈ। ਸੋ ਇਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਅੱਜ ਦੀ ਵੀਡੀਓ ਬੇਟੇ ਮੈਂ ਤੁਹਾਡੇ ਲਈ ਤਿਆਰ ਕਰਕੇ ਪਾ ਰਹੀ ਹਾਂ। ਸੋ ਇਸ ਵੀਡੀਓ ਦੇ ਵਿੱਚ ਅਸੀਂ ਦੋ ਚੀਜ਼ਾਂ ਡਿਸਕਸ ਕਰਾਂਗੇ ਅੱਜ। ਇਹ ਤੁਹਾਡੇ ਪ੍ਰੀ ਬੋਰਡ ਲਈ ਵੀ ਹੈ ਐਂਡ ਬੋਰਡ ਲਈ ਵੀ ਹੈ, ਠੀਕ ਹੈ। ਤੁਸੀਂ ਯਾਦ ਰੱਖਣਾ ਦਿਸ ਇਜ਼ ਫॉर ਪ੍ਰੀ ਬੋਰਡ ਐਂਡ ਬੋਰਡ ਆਲਸੋ, ਕਿਉਂਕਿ ਜਿਹੜਾ ਪ੍ਰੀ ਬੋਰਡ ਦਾ ਜੋ ਪੈਟਰਨ ਹੈ ਉਹ ਉਹੀ ਪੈਟਰਨ ਹੈ ਜਿਹੜਾ ਤੁਹਾਡਾ ਬੋਰਡ ਦਾ ਪੈਟਰਨ ਹੈ। ਹੁਣ ਅਸੀਂ ਗੱਲ ਕਰਾਂਗੇ ਫਸਟ ਟਰਮ ਦੇ ਐਗਜ਼ਾਮ ਤੁਸੀਂ ਦੇ ਬੈਠੇ ਹੋ। ਇਸ ਵਾਰੀ ਕਰੋਨਾ ਕਰਕੇ ਪਹਿਲੀ ਵਾਰੀ ਹੀ ਹੋਇਆ ਹੈ ਕਿ ਜਿਹੜੇ ਚੈਪਟਰਸ ਫਸਟ ਟਰਮ ਚ ਆ ਗਏ ਆ ਉਹ ਸੈਕੰਡ ਟਰਮ ਚ ਨਹੀਂ ਆ। ਚਲੋ ਤੁਹਾਡਾ ਬੋਝ ਕਾਫੀ ਹਲਕਾ ਹੋ ਗਿਆ, ਬਟ ਹੁਣ ਤੁਹਾਡੇ ਕੋਲ ਸੈਕੰਡ ਟਰਮ ਦੀ ਆਪਾਂ ਗੱਲ ਕਰਾਂਗੇ। ਸੈਕੰਡ ਟਰਮ ਦਾ ਸਭ ਤੋਂ ਪਹਿਲੀ ਤਾਂ ਤੁਸੀਂ ਇਹ ਚੀਜ਼ ਨੋਟ ਕਰ ਲਓ ਕਿ ਪੇਪਰ ਜਿਹੜਾ ਹੈ ਇਹ 40 ਮਾਰਕਸ ਦਾ ਹੋਏਗਾ। 40 ਮਾਰਕਸ ਦਾ ਪੇਪਰ ਤੁਹਾਡਾ ਪਹਿਲਾ ਹੋਇਆ, 40 ਮਾਰਕਸ ਦਾ ਪੇਪਰ ਤੁਹਾਡਾ ਸੈਕੰਡ ਟਰਮ ਹੈ। 80 ਹੋ ਗਏ। 20 ਮਾਰਕਸ ਦੀ ਤੁਹਾਡੀ ਅਸੈਸਮੈਂਟ ਹੈ ਜਿਹੜੇ ਤੁਹਾਡੇ ਟੀਚਰਸ ਦੇ ਹੱਥ ਵਿੱਚ, ਠੀਕ ਹੈ ਜੀ। ਸੋ ਪਹਿਲੇ 40 ਮਾਰਕਸ ਦਾ ਪੇਪਰ ਤੁਸੀਂ ਕਰ ਬੈਠੇ ਹੋ। ਹੁਣ ਤੁਹਾਡਾ ਜੋ ਪੇਪਰ ਹੈ, ਨੋਟ ਕਰਦੇ ਜਾਓ ਪੁਆਇੰਟ, ਇਹ 40 ਮਾਰਕਸ ਦਾ ਹੋਏਗਾ। दूसरी गल, ये पेपर डिस्क्रिप्टिव होगा। डिस्क्रिप्टिव मैंने ये नहीं कि तुसी एक वर्ड च आंसर देना है, ਤੁਹਾਨੂੰ ਆਨਸਰਸ ਲਿਖਣੇ ਪੈਣਗੇ 5 ਲਾਈਨਾਂ ਵਿੱਚ, 10 ਲਾਈਨਾਂ ਵਿੱਚ, 1 ਪੇਜ ਵਿੱਚ, 1.5 ਪੇਜ ਵਿੱਚ। ਹੋ ਤੀਸਰੀ ਗੱਲ, ਪੇਪਰ ਦਾ ਟਾਈਮ 2 ਆਵਰਸ ਹੋਏਗਾ, 2 ਘੰਟੇ। ਇਹ ਵੀ ਤੁਸੀਂ ਨੋਟ ਕਰ ਲਓ, ਚਾਹੇ ਤੁਹਾਡਾ ਪ੍ਰੀ ਬੋਰਡ ਹੋਏ ਚਾਹੇ ਤੁਹਾਡਾ ਬੋਰਡ ਦਾ ਪੇਪਰ ਹੋਏ, ਜਦੋਂ ਵੀ ਹੋਏਗਾ ਤਾਂ ਇਹਦਾ ਟਾਈਮ ਕਿੰਨਾ ਹੋਏਗਾ, 2 ਆਵਰਸ, 2 ਘੰਟੇ। ਤੁਸੀਂ ਟਾਈਮ ਨੋਟ ਕਰ ਲਓ। ਹੁਣ ਇਹਦੇ ਵਿੱਚ ਬੱਚੇ ਇਸ ਵਾਰੀ ਤੁਹਾਨੂੰ 4 ਟਾਈਪ ਦੇ ਕੁਐਸਚਨਸ ਆਉਣ, ਨੋਟ ਕਰੋ। ਨੰਬਰ 1, ਵੈਸੇ ਮੈਂ ਆਪਣੇ ਸਟੂਡੈਂਟਸ ਨੂੰ ਪੈਟਰਨ ਪਾਇਆ ਸੀ, ਫਿਰ ਵੀ ਮੈਂ ਇੱਕ ਵਾਰੀ ਫਿਰ ਰਿਪੀਟ ਕਰ ਰਹੀ ਹਾਂ। ਪਹਿਲੇ ਨੰਬਰ ਦੇ ਉੱਤੇ ਨੰਬਰ 1 ਤੁਹਾਨੂੰ 2 ਨੰਬਰ ਦੇ ਕੁਐਸਚਨਸ ਆਣਗੇ, ਜਿੱਥੇ ਮਤਲਬ ਆਨਸਰ 2 ਨੰਬਰ ਦਾ ਹੋਏਗਾ। ਸੋ ਪਹਿਲਾ ਪੁਆਇੰਟ ਨੋਟ ਕਰੋ ਕਿ 2 ਨੰਬਰ ਦੇ ਜਿਹੜੇ ਤੁਹਾਨੂੰ ਕੁਐਸਚਨਸ ਆਣਗੇ ਬੱਚੇ, ਉਹ ਤੁਸੀਂ 4 ਕੁਐਸਚਨਸ ਕਰਨੇ ਹੋਣਗੇ, ਠੀਕ ਹੈ। 2 ਨੰਬਰ ਵਾਲੇ 4 ਕੁਐਸਚਨਸ ਕਰਨੇ ਹੋਣਗੇ। 2 ਚੌਕੇ 8, ਕਿੰਨੇ ਨੰਬਰ ਹੋ ਗਏ ਤੁਹਾਡੇ, 8 ਨੰਬਰ ਹੋ ਗਏ, ਠੀਕ ਹੈ। ਸੋ ਉਹ 4 ਕੁਐਸਚਨਸ ਜਿਹੜੇ ਹੈ ਉਹ 2 ਨੰਬਰ ਚ ਤੁਹਾਨੂੰ ਕੁਝ ਵੀ ਪੁੱਛਿਆ ਜਾ ਸਕਦਾ। ਉਹ ਬਹੁਤ ਲੰਬਾ ਆਨਸਰ ਵੀ ਨਹੀਂ ਹੋ ਸਕਦਾ। 2 ਨੰਬਰ ਚ ਤੁਹਾਨੂੰ ਦੋ ਦਲੀ ਪ੍ਰਣਾਲੀ ਵਾਲੇ 2 ਦੇਸ਼ ਵੀ ਪੁੱਛੇ ਜਾ ਸਕਦੇ ਆ। 2 ਨੰਬਰ ਚ ਤੁਹਾਨੂੰ ਬਿਊਰੋਕ੍ਰੇਸੀ, ਨੌਕਰਸ਼ਾਹੀ ਦਾ ਅਰਥ ਵੀ ਪੁੱਛਿਆ ਜਾ ਸਕਦਾ ਹੈ। ਨੌਕਰਸ਼ਾਹੀ ਵੀ 2 ਨੰਬਰ ਚ ਪਰਿਭਾਸ਼ਾ ਪੁੱਛੀ ਜਾ ਸਕਦੀ ਹੈ। ਸੰਯੁਕਤ ਰਾਸ਼ਟਰ ਦਾ ਜਨਮ ਕਦੋਂ ਹੋਇਆ, ਕਿਉਂ ਹੋਇਆ, ਇਹ ਪੁੱਛਿਆ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਦੇ 6 ਅੰਗਾਂ ਦੇ ਨਾਮ ਦੱਸੋ, ਇਕੱਲੇ ਨਾਮ ਪੁੱਛੇ ਜਾ ਸਕਦੇ ਹਨ, ਠੀਕ ਹੈ। 2 ਅੰਗ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ 2 ਸਮੱਸਿਆਵਾਂ ਦੇ ਨਾਮ ਲਿਖੋ, ਇਹ ਪੁੱਛਿਆ ਜਾ ਸਕਦਾ। 2 ਨੰਬਰ ਦਾ ਜਿਹੜਾ ਤੁਹਾਡਾ ਆਨਸਰ ਹੈ, ਇਹ ਯਾਦ ਰੱਖਣਾ, ਇਹ 2 ਵਰਡਸ ਵੀ ਹੋ ਸਕਦੇ ਆ, ਇਹ 2 ਲਾਈਨਾਂ ਵੀ ਹੋ ਸਕਦੀਆਂ, ਇਹ 5-6 ਲਾਈਨਾਂ ਵੀ ਹੋ ਸਕਦੀਆਂ। ਕਈ ਵਾਰੀ ਕੋਈ ਕੁਐਸਚਨ ਜਿਵੇਂ ਕਿਸੇ ਨੇ ਪੁੱਛ ਲਿਆ ਕਿ ਦਲ ਪ੍ਰਣਾਲੀ ਤੋਂ ਕੀ ਭਾਵ ਹੈ, ਤਾਂ ਦਲ ਪ੍ਰਣਾਲੀ ਨੂੰ ਤੁਸੀਂ 1-2 ਲਾਈਨਾਂ ਵਿੱਚ ਤਾਂ ਲਿਖ ਨਹੀਂ ਸਕਦੇ, ਤੁਹਾਨੂੰ 2-3 ਲਾਈਨਾਂ ਤਾਂ ਲਿਖਣੀਆਂ, 3-4 ਲਾਈਨਾਂ ਤੁਹਾਨੂੰ ਲਿਖਣੀਆਂ ਪੈਣਗੀਆਂ। ਹੋਰ ਤੁਹਾਨੂੰ ਕਈ ਵਾਰੀ ਪੁੱਛ ਲਿਆ ਜਾਂਦਾ ਹੈ 2 ਨੰਬਰ ਦੇ ਵਿੱਚ ਕਿ ਕੋਈ 2 ਹਿੱਤ ਸਮੂਹਾਂ ਦੇ ਨਾਮ ਦੱਸੋ, 2 ਧਾਰਮਿਕ ਹਿੱਤ ਸਮੂਹਾਂ ਦੇ ਨਾਮ ਦੱਸੋ, 2 ਵਿਵਸਾਇਕ ਹਿੱਤ ਸਮੂਹਾਂ ਦੇ ਨਾਮ ਦੱਸੋ। ਸੋ ਤੁਹਾਨੂੰ ਕਿਸੇ ਵੀ ਟਾਈਪ ਦਾ ਕੁਐਸਚਨ 2 ਨੰਬਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਜਿਵੇਂ ਅਸੀਂ ਅੱਜ ਹੀ ਲੈਸਨ ਮੈਂ ਵੀਡੀਓ ਵੀ ਪਾਈ ਹੈ, ਡਿਸਕਸ ਕੀਤਾ ਹੈ। ਅਸੀਂ ਲੈਸਨ ਕਰ ਰਹੇ ਸੀ ਨਿਸ਼ਸਤਰੀਕਰਨ। ਨਿਸ਼ਸਤਰੀਕਰਨ ਤੋਂ ਕੀ ਭਾਵ ਹੈ, ਉਹ ਪੁੱਛਿਆ ਜਾ ਸਕਦਾ ਹੈ 2 ਨੰਬਰ 'ਚ। ਦੇਖੋ, ਜਿਹੜਾ ਕੁਐਸਚਨ ਪਾਉਣ ਵਾਲਾ ਹੈ ਬੱਚੇ, ਉਹਨੇ ਕੋਈ ਪਤਾ ਨਹੀਂ ਉਹਨੇ ਕੁਐਸਚਨ ਕਿੱਥੋਂ ਪਾ, ਕੋਈ ਸਾਡੇ ਲਈ ਇਹ ਨਹੀਂ ਹੈ ਕਿ ਇਹ ਪ੍ਰਸ਼ਨ 2 ਨੰਬਰ ਚ ਆਏਗਾ, ਇਹ 4 ਚ ਨਹੀਂ ਆ ਸਕਦਾ, ਇਹ 4 ਵਾਲਾ ਹੈ 6 ਚ ਨਹੀਂ ਆ ਸਕਦਾ। ਸੋ ਪੁੱਛਣ ਵਾਲੇ ਨੇ ਤੁਹਾਨੂੰ ਪੁੱਛਣਾ ਜਾਂ ਕੁਝ ਵੀ ਕਰ ਸਕਦਾ ਹੈ, ਪਰ ਤੁਸੀਂ ਯਾਦ ਰੱਖਣਾ ਹੈ ਕਿ ਤੁਹਾਡੇ ਅੱਖਰ 2 ਅੱਖਰਾਂ ਦੇ ਵਿੱਚ ਵੀ ਆਨਸਰ ਹੋ ਸਕਦਾ ਹੈ, 2 ਲਾਈਨਾਂ ਵਿੱਚ ਵੀ ਹੋ ਸਕਦਾ ਹੈ, 3 ਤੋਂ 4 ਲਾਈਨਾਂ ਦੇ ਵਿੱਚ ਵੀ ਤੁਹਾਡਾ ਆਨਸਰ ਹੋ ਸਕਦਾ, ਬਟ ਨਾਟ ਮੋਰ ਦੈਨ ਦੈਟ। ਇਸ ਤੋਂ ਜ਼ਿਆਦਾ ਤੁਸੀਂ ਵੱਡੇ ਵੱਡੇ ਉੱਤਰ 2 ਨੰਬਰ ਚ ਨਹੀਂ ਲਿਖਣੇ, ਠੀਕ ਹੈ ਜੀ। ਸੋ 2 ਨੰਬਰ ਵਾਲੇ 4 ਕੁਐਸਚਨਸ ਹੋਣਗੇ, 2 ਚੌਕੇ 8, 8 ਨੰਬਰ ਤੁਹਾਡੇ ਇਹ ਹੋ ਗਏ। ਸੈਕਿੰਡ ਨੰਬਰ ਪਾਓ, ਨੰਬਰ 2 ਦੇ ਉੱਤੇ 4 ਅੰਕ ਵਾਲੇ ਕੁਐਸਚਨ ਜਿਨ੍ਹਾਂ ਦਾ
ਆਨਸਰ ਕਿੰਨੇ ਹੋਏਗਾ 4 ਮਾਰਕਸ ਦਾ। 4 ਮਾਰਕਸ ਵਾਲੇ ਤੁਹਾਨੂੰ 6 ਕੁਐਸਚਨ ਦਿੱਤੇ ਜਾਣਗੇ। ਪੇਪਰ 'ਚ ਤੁਹਾਨੂੰ 4 ਮਾਰਕਸ ਵਾਲੇ 6 ਕੁਐਸਚਨਸ ਆਣਗੇ। 6 ਕੁਐਸਚਨਸ ਦੇ ਵਿੱਚੋਂ ਤੁਸੀਂ 4 ਕਰਨੇ ਹੋਣਗੇ। ਮੇਰੀ ਗੱਲ ਸਮਝ ਆ ਗਈ? ਪਹਿਲੇ 2 ਨੰਬਰ 'ਚ ਕੋਈ ਚੁਆਇਸ ਨਹੀਂ ਹੈ। ਬਟ ਇਹ ਵਾਲੇ 2 ਨੰਬਰ ਦੇ ਵਿੱਚ 6 ਦੇ ਵਿੱਚੋਂ ਤੁਸੀਂ 4 ਕਰਨੇ ਹੋਣਗੇ। 4 into 4 ਕਿੰਨੇ ਹੋ ਗਏ? 4 ਚੌਕੇ 16। ਇਹ ਤੁਹਾਡਾ 16 ਨੰਬਰ ਦਾ ਪਾਰਟ ਹੋਏਗਾ। ਠੀਕ ਹੈ ਜੀ। 8 ਨੰਬਰ ਦਾ ਪਹਿਲਾ ਹੋ ਗਿਆ, 16 ਨੰਬਰ ਦਾ ਇਹ ਹੋ ਗਿਆ। 16 8 ਤੇ 16 ਕਿੰਨੇ ਹੋ ਗਏ? 24। ਮੇਰੀ ਗੱਲ ਫੋਲੋ ਕਰ ਰਹੇ ਹੋ? ਇਹ ਹੋਏਗਾ। ਹੁਣ ਜਿਹੜਾ 4 ਨੰਬਰ ਦਾ ਕੁਐਸਚਨ ਹੈ ਬੱਚੇ, 4 ਨੰਬਰ ਦਾ ਕੁਐਸਚਨ ਨੋਟ ਕਰ ਲਓ ਤੁਸੀਂ। 5 ਤੋਂ 10 17 ਦੇ ਵਿੱਚ ਲਿਖਣਾ ਹੈ ਲਾਈਨਸ। ਹੁਣ ਲਾਈਨ ਦਾ ਮਤਲਬ ਕਈ ਬੱਚੇ ਲੈ ਲੈਂਦੇ ਆ ਖੁੱਲਾ ਖੁੱਲਾ ਲਿਖ ਦਿੰਦੇ ਵੀ 1 ਲਾਈਨ 2 ਲਾਈਨ 3 ਲਾਈਨ 4 ਲਾਈਨ, ਵੀ ਅਸੀਂ ਭਰਤੀਆਂ 5 ਲਾਈਨਾਂ। ਨੋ, ਲਾਈਨ ਦਾ ਮਤਲਬ ਹੁੰਦਾ ਹੈ 70। 70 ਦਾ ਮਤਲਬ ਹੁੰਦਾ ਹੈ ਇੱਕ ਸੈਂਟੈਂਸ। ਇੱਕ ਗੱਲ ਤੋਂ ਸ਼ੁਰੂ ਹੋ ਕੇ ਦੂਸਰੀ ਗੱਲ ਦੇ ਡੰਡੀ ਤੱਕ, ਐਂਡ ਤੱਕ, ਫੁੱਲ ਸਟਾਪ ਤੱਕ ਉਹ ਇੱਕ ਸਤਰ ਬਣਦੀ ਹੈ। ਜਿਵੇਂ ਮੈਂ ਕਹਾਂ ਕਿ ਕੱਲ ਸਵੇਰੇ ਮੈਂ ਉੱਠੀ, ਉਸ ਤੋਂ ਬਾਅਦ ਮੈਂ ਸਕੂਲ ਗਈ, ਉਹ ਇੱਕ ਲਾਈਨ ਬਣੀ। ਸਕੂਲ ਜਾਣ ਉਪਰੰਤ ਮੈਂ 10+2 ਨੂੰ ਨਿਸ਼ਸਤਰੀਕਰਨ ਦਾ ਲੈਸਨ ਕਰਵਾਇਆ, ਦੂਜੀ ਸਤਰ। 70 ਮੀਨਸ ਇੱਕ ਸੈਂਟੈਂਸ ਤੋਂ ਲੈ ਕੇ ਦੂਜੇ ਸੈਂਟੈਂਸ ਤੱਕ। ਜਿਹੜਾ ਤੁਹਾਡਾ 4 ਅੰਕ ਵਾਲਾ ਕੁਐਸਚਨ ਹੈ, ਇਹ ਤੁਹਾਡੇ ਤੋਂ ਡਿਮਾਂਡ ਕੀਤੀ ਜਾਂਦੀ ਹੈ ਕਿ ਤੁਸੀਂ 4 ਅੰਕ ਦੇ ਵਿੱਚ 5 ਤੋਂ 10 ਸਤਰਾਂ ਜਾਂ 5 ਤੋਂ 7 ਲਾਈਨਾਂ, 5 to 7 sentences, not lines। ਲਾਈਨ ਦਾ ਮਤਲਬ ਇਹ ਵਾਲੀ ਲਾਈਨ ਨਹੀਂ, sentences ਦੇ ਵਿੱਚ ਤੁਹਾਡਾ ਆਨਸਰ ਹੋਣਾ ਚਾਹੀਦਾ ਹੈ। ਉਹਦੇ ਵਿੱਚ ਤੁਹਾਨੂੰ 4 ਨੰਬਰ 'ਚ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਨੌਕਰਸ਼ਾਹੀ ਦੀਆਂ 4 ਵਿਸ਼ੇਸ਼ਤਾਵਾਂ ਦੱਸੋ, ਇੱਕ ਦਲੀ ਪ੍ਰਣਾਲੀ ਦੇ 4 ਗੁਣ ਦੱਸੋ, ਭਾਰਤ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਕੀ ਭੂਮਿਕਾ ਨਿਭਾਈ, ਇਹ ਵੀ ਪੁੱਛਿਆ ਜਾ ਸਕਦਾ ਹੈ। ਠੀਕ ਹੈ। ਹਿੱਤ ਸਮੂਹਾਂ ਦੇ ਕੋਈ 4 ਕੰਮ ਦੱਸੋ, ਵਿਰੋਧੀ ਪਾਰਟੀ ਦੀਆਂ ਕੋਈ 4 ਪ੍ਰਾਪਤੀਆਂ ਜਾਂ 4 ਕੰਮ ਦੱਸੋ, ਕੁਛ ਵੀ। ਰਾਸ਼ਟਰੀ ਏਕੀਕਰਨ ਦੇ ਰਾਹ ਵਿੱਚ ਆਉਣ ਵਾਲੀਆਂ 4 ਰੁਕਾਵਟਾਂ ਦੱਸੋ, ਰਾਸ਼ਟਰੀ ਏਕੀਕਰਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ 4 ਸੁਝਾਅ ਦਿਓ। ਠੀਕ ਹੈ। ਤੁਹਾਨੂੰ ਕੁਐਸਚਨ ਆ ਸਕਦਾ ਹੈ ਸਾਰਕ ਦਾ ਜਨਮ ਕਦੋਂ ਹੋਇਆ, ਸਾਰਕ ਦੇਸ਼ਾਂ ਦੇ ਨਾਮ ਦੱਸੋ, ਕੁਛ ਵੀ। ਦੇਖੋ, ਮੈਂ ਤੁਹਾਨੂੰ ਬਾਰ-ਬਾਰ ਇੱਕ ਗੱਲ ਬੱਚਿਆਂ ਨੂੰ ਕਹਿੰਦੀ ਹਾਂ ਕਿ ਕੁਐਸਚਨ ਪੁੱਛਣ ਵਾਲਾ ਬੱਚੇ ਤੁਹਾਨੂੰ ਕੁਛ ਵੀ ਪੁੱਛ ਸਕਦਾ ਹੈ। he or she can ask you anything। ਤੁਸੀਂ ਧਿਆਨ ਇਹ ਕਰਨਾ ਹੈ, ਹੁਣ 2 ਤਰ੍ਹਾਂ ਦੇ ਬੱਚੇ, ਇੱਕ ਲੜਕੀਆਂ ਇੱਕ ਲੜਕੇ। ਮੁੰਡਿਆਂ ਵਿਚਾਰਿਆਂ ਨੂੰ ਤਾਂ 10 ਲਾਈਨਾਂ ਭਰਨੀਆਂ ਮੁਸ਼ਕਲ ਹੋ ਜਾਂਦੀਆਂ। ਜਿਹੜੀਆਂ ਕੁੜੀਆਂ ਨੇ ਸਾਡੀਆਂ, ਗਰਲਸ ਨੇ, ਉਹ ਕੀ ਕਰਦੀਆਂ ਨੇ, ਉਹਨਾਂ ਨੂੰ ਆਦਤ ਹੁੰਦਾ ਬਹੁਤ ਲਿਖਣ ਦਾ। ਉਹ ਕਈ ਵਾਰੀ ਕੀ ਕਰਦੀਆਂ ਕਿ 4 ਅੰਕ ਦਾ ਕੁਐਸਚਨ ਉਹ ਐਡਾ ਪੇਜ ਲਿਖ ਦਿੰਦੀਆਂ, ਐਡਾ। ਅੱਵਲ ਤਾਂ 1.5 ਪੇਜ ਵੀ ਲਿਖ ਦਿੰਦੀਆਂ। ਉਹਦੇ ਨਾਲ ਕੀ ਹੈ ਕਿ ਤੁਸੀਂ ਆਪਣਾ ਟਾਈਮ ਵੇਸਟ ਕਰ ਰਹੇ ਹੋ। ਤੁਹਾਡੇ ਕੋਲ ਵੱਡਾ ਕੁਐਸਚਨ ਕਰਨ ਦਾ ਟਾਈਮ ਹੀ ਨਹੀਂ ਰਹਿਣਾ। ਮੇਰੀ ਗੱਲ ਸਮਝ ਆ ਗਈ? ਜੇ ਤੁਸੀਂ 4 ਨੰਬਰ ਵਾਲੇ ਕੁਐਸਚਨ ਨੂੰ 5 ਮਿੰਟ ਦੀ ਬਜਾਏ ਤੁਸੀਂ 20 ਮਿੰਟ ਲਿਖਤਾ ਤਾਂ ਕੀ ਹੋਇਆ? 6 ਨੰਬਰ ਵਾਲੇ ਕੁਐਸਚਨ ਦੇ ਤੁਹਾਡੇ ਕੋਲ ਟਾਈਮ ਨਹੀਂ ਰਹਿਣਾ। ਠੀਕ ਹੈ। ਖੈਰ, ਹੁਣ ਪੇਪਰ ਇੰਨਾ ਲੈਂਥੀ ਨਹੀਂ ਹੈ, ਪਰ ਵੈਸੇ ਮੈਂ ਦੱਸ ਰਹੀ ਹਾਂ ਕਿ ਕੋਸ਼ਿਸ਼ ਕਰਨੀ ਹੈ। ਮੰਨ ਲਓ ਤੁਸੀਂ 4 ਵਿਸ਼ੇਸ਼ਤਾਵਾਂ ਲਿਖ ਰਹੇ ਹੋ, ਤਾਂ 4 ਵਿਸ਼ੇਸ਼ਤਾਵਾਂ ਨੂੰ 2-2 3-3 ਲਾਈਨਾਂ 'ਚ ਲਿਖੋ। ਠੀਕ ਹੈ। ਵਿਰੋਧੀ ਪਾਰਟੀ ਦੇ 4 ਮੁੱਖ ਕੰਮ ਦੱਸੋ। ਜਿਵੇਂ ਅਸੀਂ ਕਹਿੰਦੇ ਆ ਬਦਲਵੀਂ ਸਰਕਾਰ ਬਣਾਉਣੀ, ਸਰਕਾਰ ਦੇ ਗਲਤ ਕਾਰਜਾਂ ਦੀ ਆਲੋਚਨਾ ਕਰਨੀ। ਮਤਲਬ ਇਹ ਵੀ ਨਹੀਂ ਕਿ ਇੱਕ ਲਾਈਨ 'ਚ ਲਿਖਣਾ। 4 ਹੈਡਿੰਗ ਬਣਾਓ। ਜਦ ਤੁਹਾਨੂੰ 4 ਚੀਜ਼ਾਂ ਪੁੱਛੀਆਂ ਗਈਆਂ, ਉਦੋਂ ਤੁਸੀਂ ਰਿਕੁਆਇਰਡ ਹੈ ਕਿ ਤੁਸੀਂ ਕਿੰਨੇ ਹੈਡਿੰਗ ਬਣਾਓ? 4। ਜੇ ਤਾਂ ਤੁਹਾਨੂੰ ਸਿੱਧਾ ਹੀ ਆ ਗਿਆ ਕਿ ਭਾਰਤ ਦਾ ਸੰਯੁਕਤ ਰਾਸ਼ਟਰ ਵਿੱਚ ਰੋਲ ਦਾ ਵਰਣਨ ਕਰੋ, ਭਾਰਤ ਦੀ ਭੂਮਿਕਾ ਦਾ ਵਰਣਨ ਕਰੋ, ਤੁਸੀਂ 5 ਤੋਂ 10 ਲਾਈਨਾਂ ਪਹਿਲਾਂ ਲਿਖਿਆ। ਮੰਨ ਲਓ ਤੁਹਾਨੂੰ ਅਗਲੇ ਨੇ ਕੁਐਸਚਨ ਹੀ ਪਾਤਾ ਕਿ ਵਿਸ਼ਵੀਕਰਨ ਕੀ ਹੈ, ਵਿਸ਼ਵੀਕਰਨ ਦੀਆਂ 4 ਵਿਸ਼ੇਸ਼ਤਾਵਾਂ ਦੱਸੋ। ਫਿਰ ਤੁਸੀਂ ਜਿੱਥੇ ਤੁਹਾਨੂੰ 4 ਸਪੈਸ਼ਲ 4 ਪੁੱਛ ਰਹੇ ਆ, ਉੱਥੇ ਤੁਸੀਂ ਬੱਚੇ 4 ਹੈਡਿੰਗ ਬਣਾਉਣ ਦੀ ਕੋਸ਼ਿਸ਼ ਕਰੋ। 1 2 3 4 ਛੋਟੇ ਹੈਡਿੰਗ, ਨਾਟ ਐਡਿਟ। ਛੋਟੇ 2-2 3-3 ਲਾਈਨਾਂ ਦੇ ਵਿੱਚ ਹੈਡਿੰਗ। ਜਿਵੇਂ ਆਪਾਂ ਮੰਨ ਲਓ ਨੌਕਰਸ਼ਾਹੀ ਦੇ ਕੰਮ ਆ ਗਿਆ, ਤੁਸੀਂ ਪਹਿਲਾਂ ਆਪਾਂ ਲਿਖਤਾ ਪ੍ਰਸ਼ਾਸਨ ਨੂੰ ਚਲਾਉਣਾ। ਨੌਕਰਸ਼ਾਹੀ ਦਾ ਪ੍ਰਮੁੱਖ ਕੰਮ ਪ੍ਰਸ਼ਾਸਨ ਨੂੰ ਚਲਾਉਣਾ ਹੈ। ਨੌਕਰਸ਼ਾਹੀ ਸਾਰੇ ਪ੍ਰਸ਼ਾਸਨ ਦਾ ਧੁਰਾ ਹੁੰਦੀ ਹੈ ਤੇ ਪ੍ਰਸ਼ਾਸਨ ਉਸਦੇ ਦੁਆਰਾ ਚਲਾਇਆ ਜਾਂਦਾ ਹੈ। ਦੈਟਸ ਆਲ। ਮੇਰੀ ਗੱਲ ਸਮਝ ਆ ਗਈ? ਜਦ ਤੁਹਾਨੂੰ 4 ਚੀਜ਼ਾਂ ਪੁੱਛੀਆਂ, ਜਦੋਂ ਮੈਂ ਪੇਪਰ ਪਾਉਂਦੀ ਹਾਂ, ਮੈਂ ਹਮੇਸ਼ਾ ਬੱਚੇ ਨੂੰ ਨਾਲ ਲਿਖਦੀ ਹਾਂ ਕਿ ਕੋਈ 4 ਵਿਸ਼ੇਸ਼ਤਾਵਾਂ ਦਿਓ, ਕੋਈ 4 ਉਦਾਹਰਨਾਂ ਦਿਓ, ਕੋਈ 4 ਇਸ ਤਰ੍ਹਾਂ ਕਰੋ। ਧਰਮ ਦੇ ਆਧਾਰ ਦੇ ਉੱਤੇ, ਜਾਤ ਦੇ ਆਧਾਰ ਤੇ, ਖੇਤਰ ਦੇ ਆਧਾਰ ਦੇ ਉੱਤੇ ਦਲਾਂ ਦੇ ਨਾਮ ਦੱਸੋ। ਉੱਥੇ ਮੈਂ ਕਰ ਦਿੰਦੀ ਹਾਂ ਕਿ 2-2 ਦਲਾਂ ਦੇ ਨਾਮ ਦੱਸੋ, ਅੱਧੇ ਨੰਬਰ ਤਾਂ ਕਰ ਦਿੰਦੀ ਹਾਂ। ਸੋ ਜਦੋਂ ਤੁਹਾਨੂੰ 4 ਵਿਸ਼ੇਸ਼ਤਾਵਾਂ ਪੁੱਛੀਆਂ, ਜਿਹੜਾ ਬੱਚਾ 40 ਦੇ ਵਿੱਚੋਂ
38 39 37 38 39 40 ਨੰਬਰ ਲੈਣਾ ਚਾਹੁੰਦਾ ਹੈ, ਉਹ 4 ਵਿਸ਼ੇਸ਼ਤਾਵਾਂ ਨੂੰ 4 ਪੁਆਇੰਟਾਂ ਦੇ ਵਿੱਚ ਲਿਖੋ। ਆ ਗਈ ਮੇਰੀ ਗੱਲ ਸਮਝ? ਜੇ ਨਹੀਂ ਅਗਲਾ ਤੁਹਾਨੂੰ 4 ਨਹੀਂ ਪੁੱਛਦਾ, ਫਿਰ ਤੁਸੀਂ ਉਹਨੂੰ ਕਲੈਕਟਿਵਲੀ ਇੱਕ ਪੈਰਾ ਵੀ ਲਿਖ ਸਕਦੇ ਹੋ, 5 ਤੋਂ 10 ਸਤਰਾਂ ਦਾ ਪੈਰਾ। ਬਟ ਇਹ ਨਹੀਂ ਕਿ 1.5 ਪੇਜ ਲਿਖਤਾ, 2 ਪੇਜ ਲਿਖਤਾ। ਡੋਂਟ ਵੇਸਟ ਯੂਅਰ ਟਾਈਮ। ਉਹਦੇ ਨਾਲ ਇਹ ਹੈ ਕਿ ਤੁਸੀਂ ਸੋਹਣਾ ਲਿਖੋ ਤੇ ਵਧੀਆ। ਠੀਕ ਹੈ ਜੀ। ਸੋ ਨੋਟ ਕਰ ਲਿਆ ਤੁਸੀਂ ਕਿ 4 ਨੰਬਰ ਵਾਲੇ ਤੁਹਾਨੂੰ ਕਿੰਨੇ ਕੁਐਸਚਨਸ ਹੈ? 6 ਆਣਗੇ, ਜਿਨ੍ਹਾਂ ਚੋਂ ਤੁਸੀਂ ਕਿੰਨੇ ਕਰਨੇ ਹੋਣਗੇ? 4 ਕਰਨੇ ਹੋਣਗੇ। ਠੀਕ ਹੈ ਜੀ। ਨੰਬਰ 3, ਤੀਸਰੇ ਨੰਬਰ ਦੇ ਉੱਤੇ A B C ਜਾਂ ਊੜਾ ਐੜਾ ਈੜੀ, ਈੜੀ ਭਾਗ ਵਿੱਚ ਤੁਹਾਨੂੰ ਕੀ ਹੈ? ਇੱਕ ਪੈਰਾ ਦਿੱਤਾ ਜਾਏਗਾ। ਬਹੁਤ ਸੌਖਾ ਕੁਐਸਚਨ ਅਸੀਂ ਇਨਕਲੂਡ ਕੀਤਾ। ਪੈਰਾ ਹੋਏਗਾ, ਪੈਰੇ ਤੋਂ ਬਾਅਦ ਤੁਹਾਡੇ 4 ਕੁਐਸਚਨਸ ਹੋਣਗੇ। 4 ਨੰਬਰ ਦਾ ਪੇਪਰ, 4 ਨੰਬਰ ਦਾ ਕੁਐਸਚਨ ਹੈ। 4 ਚੀਜ਼ਾਂ, ਇੱਕ ਖਾਲੀ ਸਥਾਨ ਵੀ ਹੋ ਸਕਦਾ ਹੈ, ਫਿਲਿੰਗ ਦੀ ਬਲੈਂਕਸ ਹੋ ਸਕਦਾ ਹੈ, ਰਾਈਟ ਰੋਂਗ ਹੋ ਸਕਦਾ ਹੈ, ਇੱਕ ਲਾਈਨ ਦਾ ਆਂਸਰ ਹੋ ਸਕਦਾ ਹੈ, ਜਾਂ ਮਿਲਾਨ ਕਰੋ ਮੈਚ ਦਾ ਕਾਲਮ ਹੋ ਸਕਦਾ ਹੈ। ਠੀਕ ਹੈ। 4 ਨੰਬਰ ਦਾ ਪੈਰਾ ਪੜ੍ਹ ਕੇ, ਪੈਰੇ ਨੂੰ ਧਿਆਨ ਨਾਲ ਪੜ੍ਹ ਕੇ, ਉਹਦੇ ਵਿੱਚੋਂ ਤੁਹਾਡੇ ਮੁਫਤ ਦੇ ਨੰਬਰ ਨੇ, ਫ੍ਰੀ, ਟੋਟਲੀ ਫ੍ਰੀ ਨੰਬਰ, ਕਿ ਪੈਰੇ ਦੇ ਵਿੱਚੋਂ ਤੁਸੀਂ ਉਹ 4 ਨੰਬਰ ਦਾ ਦੇਣਾ। ਠੀਕ ਹੈ ਜੀ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 2 ਨੰਬਰ ਵਾਲੇ 4 ਕੁਐਸਚਨ, 8 ਨੰਬਰ ਉੱਥੇ ਹੋ ਗਏ। 4 ਨੰਬਰ ਵਾਲੇ 4 ਕੁਐਸਚਨ, 4 ਚੌਕੇ 16 ਇੱਥੇ ਹੋ ਗਏ। ਠੀਕ ਹੈ ਜੀ। ਉਸ ਤੋਂ ਬਾਅਦ ਪੈਰੇ ਦੇ ਵਿੱਚੋਂ ਜੋ ਆਣੇ ਆਂਸਰਸ ਕਰਨੇ, ਉਹਦੇ 4 ਨੰਬਰ। ਠੀਕ ਹੈ। ਕਿੰਨੇ ਹੋ ਗਏ? 8 ਤੇ 16 24, 24 ਤੇ 4 ਕਿੰਨੇ ਹੋ ਗਏ? 28, 28 ਹੋ ਗਏ। ਚੌਥੇ ਤੁਹਾਡੇ ਕੋਲ, ਆਪਣੇ ਕੋਲ ਪਿੱਛੇ ਰਹਿ ਗਏ 12 ਨੰਬਰ। ਚੌਥਾ ਨੋਟ ਕਰੋ, ਨੰਬਰ 4, 6 ਅੰਕ ਦੇ ਪ੍ਰਸ਼ਨ। 6 ਅੰਕ ਦੇ ਪ੍ਰਸ਼ਨ। 6 ਅੰਕ ਦਾ ਪ੍ਰਸ਼ਨ ਮੀਨਸ ਵੱਡਾ ਪ੍ਰਸ਼ਨ। 6 ਅੰਕ ਦਾ ਪ੍ਰਸ਼ਨ ਮੀਨਸ ਵੱਡਾ ਪ੍ਰਸ਼ਨ। ਹੁਣ 6 ਅੰਕ ਦੇ ਵਿੱਚ ਕੀ ਹੈ? ਰਿਕੁਆਇਰਡ ਹੈ ਕਿ ਤੁਹਾਡੇ ਕੋਲ ਜਿਹੜੀ ਐਗਜ਼ਾਮੀਨੇਸ਼ਨ 'ਚ ਸ਼ੀਟ ਮਿਲੇਗੀ, ਉਹਦਾ ਘੱਟੋ ਘੱਟ ਇੱਕ ਪੂਰਾ ਪੇਜ ਔਰ ਇੱਕ ਹਾਫ ਪੇਜ, ਜਾਂ ਤੁਸੀਂ 2 ਪੇਜ, ਜਾਂ ਤੁਸੀਂ 2.5 ਪੇਜ ਵੀ ਲਿਖ ਸਕਦੇ ਹੋ। ਕੁਐਸਚਨ ਤੇ ਡਿਪੈਂਡ ਕਰਦਾ ਹੈ। ਮੇਰੀ ਗੱਲ ਸਮਝ ਕਿ ਕੁਐਸਚਨ ਤੇ ਡਿਪੈਂਡ ਕਰਦਾ, ਕਿਉਂਕਿ ਉਹ ਵੱਡਾ ਉੱਤਰ ਹੈ। ਉਹ ਤੁਸੀਂ ਹੁਣ ਪੇਜਿਸ ਦਾ ਵੀ ਕੀ ਹੈ ਕਿ ਕਈ ਬੱਚੇ ਕੀ ਕਰਦੇ ਨੇ, ਐਡਾ ਹਾਸ਼ੀਆ ਇੱਧਰ ਮਾਰਤਾ, ਐਡਾ ਹਾਸ਼ੀਆ ਇੱਧਰ ਮਾਰਤਾ। ਮੈਂ ਹਮੇਸ਼ਾ ਦੱਸਦੀ ਹਾਂ, ਵਿੱਚ ਇੰਨੀ ਕੁ ਜਗ੍ਹਾ ਛੱਡਤੀ, ਬਸ ਉਹ ਸੋਚਦੇ ਨੇ ਵੀ ਸਾਡੇ ਪੇਜ। ਏਦਾਂ ਨਹੀਂ ਹੁੰਦਾ ਬੇਟੇ। ਤੁਸੀਂ ਟੀਚਰਸ ਨੂੰ ਪਾਗਲ ਬਣਾਉਣ ਦੀ ਕੋਸ਼ਿਸ਼ ਨਾ ਕਰਿਓ ਵੀ ਦੇਖੋ ਅਗਲੇ ਨੂੰ ਲੱਗੇ ਜੀ ਪੇਜ ਤੁਸੀਂ 4 ਪੜ੍ਹਤੇ, ਵਿੱਚ ਤੁਸੀਂ ਇੰਨਾ ਲਿਖਿਆ। ਮੈਂ ਹਮੇਸ਼ਾ ਆਪਣੇ ਬੱਚਿਆਂ ਨੂੰ ਕਹਿੰਦੀ ਹਾਂ, ਇੱਕ ਪਾਸੇ ਹਾਸ਼ੀਆ ਮਾਰੋ ਜਿੱਥੇ ਤੁਸੀਂ ਕੁਐਸਚਨ ਦਾ ਨੰਬਰ ਵਗੈਰਾ ਲਿਖਣਾ, ਦੂਜੇ ਪਾਸੇ ਹਾਸ਼ੀਆ ਮਾਰਨ ਦੀ ਕੋਈ ਲੋੜ ਹੀ ਨਹੀਂ, ਕੋਈ ਗੈਪ ਛੱਡਣ ਦੀ ਲੋੜ ਨਹੀਂ, ਸਿੱਧਾ ਲਾਈਨ, ਕੰਪਲੀਟ ਲਾਈਨ ਲਿਖੋ। ਸੋ 1.5 ਪੇਜ, 2 ਪੇਜ, 2.25 ਪੇਜ, ਮੈਕਸੀਮਮ ਐਟ ਦਾ ਮੈਕਸੀਮਮ 2.5 ਪੇਜ। ਜੇ ਤੁਸੀਂ ਬਹੁਤ, ਤੁਹਾਡੇ ਕੋਲ ਟਾਈਮ ਹੈ, ਤੁਹਾਨੂੰ ਲੱਗਦਾ ਹੈ ਵੀ ਮੇਰੇ ਕੋਲ ਹਲੇ ਘੰਟਾ ਪਿਆ, ਮੇਰੇ ਕੋਲ ਹਲੇ 45 ਮਿੰਟ ਪਏ, ਤਾਂ ਆਪਣੇ ਮਿੰਟਾਂ ਨੂੰ ਵੰਡ ਲਓ। 20 ਮਿੰਟ 25 ਮਿੰਟ ਦੇ ਵਿੱਚ ਆਰਾਮ ਨਾਲ 6 ਨੰਬਰ ਦਾ ਕੁਐਸਚਨ ਲਿਖੋ। 6 ਨੰਬਰ ਦੇ ਕੁਐਸਚਨ ਤੁਸੀਂ 2 ਕਰਨੇ ਹੋਣਗੇ, ਨੋਟ ਕਰ ਲਓ। 6 ਨੰਬਰ ਦੇ 2 ਆਣਗੇ, ਤੁਹਾਨੂੰ 4, 4 ਕਿੱਦਾਂ ਆਣਗੇ? ਪਾਰਟ ਏ ਦੇ ਲੈਸਨਾਂ ਚੋਂ 2 ਆਣਗੇ, ਦੋਨਾਂ ਦੇ ਵਿੱਚ ਔਰ ਹੋਏਗਾ, ਅੰਦਰੂਨੀ ਵਿਕਲਪ, ਇੰਟਰਨਲ ਚੁਆਇਸ। ਫਿਰ ਪਾਰਟ ਬੀ ਦੇ ਵਿੱਚੋਂ ਫਿਰ ਤੁਹਾਨੂੰ 2 ਆਣਗੇ, ਉਹਨਾਂ ਦੋਨਾਂ ਦੇ ਵਿੱਚ ਫਿਰ ਔਰ ਹੋਏਗਾ। ਮੇਰੀ ਗੱਲ ਸਮਝ ਆ ਗਈ? ਉਹਨਾਂ 'ਚ ਫਿਰ ਔਰ ਹੋਏਗਾ, ਜਾਂ ਵੀ ਜਾਏ ਕਰੋ, ਜਾਏ ਕਰੋ। ਹੁਣ ਜਦੋਂ ਮੈਂ ਤੁਹਾਨੂੰ ਸਿਲੇਬਸ ਦੱਸਾਂਗੀ, ਉਦੋਂ ਤੁਸੀਂ ਦੇਖਣਾ ਕਿ ਪਾਰਟ ਏ ਦੇ ਲੈਸਨਾਂ ਦੇ 'ਚ ਯਾਦ ਰੱਖਿਓ 40 ਨੰਬਰ ਦਾ ਇਨ ਕੇਸ ਪੇਪਰ ਹੈ, 40 ਚੋਂ 20 ਨੰਬਰ ਦੇ ਕੁਐਸਚਨਸ ਤੁਹਾਨੂੰ ਪਾਰਟ ਏ ਵਿੱਚੋਂ ਆਣਗੇ, 20 ਨੰਬਰ ਦੇ ਕੁਐਸਚਨ ਤੁਹਾਨੂੰ ਪਾਰਟ ਬੀ ਵਿੱਚੋਂ ਆਣਗੇ, ਕਿਉਂਕਿ ਤੁਹਾਡੀ ਕਿਤਾਬ ਦੇ 2 ਪਾਰਟ ਨੇ, ਪਾਰਟ ਏ ਐਂਡ ਪਾਰਟ ਬੀ। ਠੀਕ ਹੈ। ਮੰਨ ਲਓ 2 ਨੰਬਰ ਦੇ ਕੁਐਸਚਨਸ ਆ ਰਹੇ, 2 ਨੰਬਰ ਦੇ ਜੇ 4 ਕੁਐਸਚਨਸ ਕਰਨੇ ਹੋਣਗੇ, 2 ਕੁਐਸਚਨਸ ਤੁਹਾਨੂੰ ਪਾਰਟ ਏ 'ਚ ਹੋਣਗੇ, 2 ਪਾਰਟ ਬੀ 'ਚ। ਜੇ 4 ਨੰਬਰ ਵਾਲੇ 6 ਪਾਏ ਆ ਪੇਪਰ ਦੇ ਵਿੱਚ, 6 'ਚ 3 ਪਾਰਟ ਏ 'ਚ ਹੋਣਗੇ, 3 ਪਾਰਟ ਬੀ ਦੇ ਵਿੱਚੋਂ। ਪੈਰਾ ਜਿਹੜਾ ਹੈ ਉਹ ਕਿਤੋਂ ਵੀ ਹੋ ਸਕਦਾ। ਠੀਕ ਹੈ। ਪੈਰਾ 2-3 ਲੈਸਨਾਂ ਨੂੰ ਲਾ ਕੇ ਵੀ ਹੋ ਸਕਦਾ ਹੈ, ਕਿਉਂਕਿ ਮੈਂ ਜਦੋਂ ਪੇਪਰ ਪਾਉਂਦੀ ਹਾਂ, ਮੈਂ ਹਮੇਸ਼ਾ 2-3 ਲੈਸਨਾਂ ਨੂੰ ਮਿਕਸ ਕਰਕੇ ਪੈਰਾ ਬਣਾ ਦਿੰਦੀ ਹਾਂ। ਇੱਕ ਲੈਸਨ 'ਚੋਂ ਵੀ ਹੋ ਸਕਦਾ, ਕੁਝ ਕਿਤੋਂ ਵੀ ਹੋ ਸਕਦਾ ਤੁਹਾਡਾ ਪੈਰਾ। ਠੀਕ ਹੈ। 6 ਨੰਬਰ ਦੇ ਵਿੱਚ ਵੀ ਪਹਿਲਾ ਪਾਰਟ ਏ ਦੇ ਵਿੱਚੋਂ 2 ਕੁਐਸਚਨ ਹੋਣਗੇ, ਉਹਨਾਂ 'ਚ ਔਰ ਹੋਏਗਾ, ਜਾਂ ਤੁਸੀਂ ਇਹ ਕਰ ਲਓ ਜਾਂ ਤੁਸੀਂ ਇਹ ਕਰ ਲਓ। ਫਿਰ ਅਗਲੇ ਕੁਐਸਚਨ 'ਚ ਫਿਰ ਪਾਰਟ ਬੀ 'ਚ 2 ਕੁਐਸਚਨ ਹੋਣਗੇ, ਉਹਨਾਂ ਵਿੱਚ ਔਰ ਹੋਏਗਾ, ਤੁਸੀਂ ਉਹਦੇ ਵਿੱਚੋਂ ਇੱਕ ਕਰਨਾ ਹੈ। ਸੋ 6 ਨੰਬਰ ਵਾਲੇ ਤੁਸੀਂ ਕਿੰਨੇ ਕੁਐਸਚਨ ਕਰਨੇ ਆ? 2, 6 ਦੂਣੀ 12। ਹਾਂਜੀ, ਹੋ ਗਏ 40 ਨੰਬਰ ਪੂਰੇ ਹੋ ਗਏ। 2 ਚੌਕੇ 8। ਠੀਕ। ਉਸ ਤੋਂ ਅੱਗੇ 8 ਤੋਂ ਅੱਗੇ 4 ਨੰਬਰ ਵਾਲੇ। 4 ਨੰਬਰ ਵਾਲੇ ਕਿੰਨੇ? 6 ਹੋਣਗੇ, 6 ਚੋਂ ਕਿੰਨੇ ਕਰਨੇ ਆ? 4। 4 4 ਜਾ
16 16 ਨੰਬਰ, ठीक है। उस तो अगे 4 नंबर के पैरे चो क्वेश्चन कटने हैं 4 नंबर के, ठीक। 28 हो गए। 28 तो बाद 12 नंबर के 6-6 नंबर के तुसीं 2 क्वेश्चन करने हैं। 28 ते 12 कितने हो गए 40। पहला मैनू ये दस दो कि जिन्ना मैं हुण तक दस्सिया है ये तुहानू पेपर का पैटर्न समझ आ गया? हाँ जी। बिल्कुल क्लियर? यस मैम। बिल्कुल क्लियर? कितना Yeah. आंसर लिखना है क्लियर हो गया कि इतना आंसर लिखना है? हाँ हाँ जी। बस ਇਹ ਤੁਹਾਡਾ। ਦੂਸਰੀ ਗੱਲ ਹੁਣ ਆਪਾਂ ਗੱਲ ਕਰਾਂਗੇ ਸਿਲੇਬਸ ਦੀ ਕਿ ਸਿਲੇਬਸ ਕੀ ਹੈ। ਤੁਹਾਨੂੰ ਕੋਈ ਕਨਫਿਊਜ਼ ਕਰੀਏ ਤੁਸੀਂ ਬਿਲਕੁਲ ਕਨਫਿਊਜ਼ ਨਹੀਂ ਹੋਣਾ। ਅੱਜ ਤੁਸੀਂ ਆਪਣਾ ਪੱਕਾ ਸਿਲੇਬਸ ਲਿਖ ਲਓ ਕਿ ਹੁਣ ਜਿਹੜੀ ਤੁਹਾਡੀ ਫਰਸਟ ਟਰਮ ਹੈ ਉਹ ਬੀਤ ਚੁੱਕੀ ਹੈ, ਸੈਕਿੰਡ ਟਰਮ ਹੈ, ਸੈਕਿੰਡ ਟਰਮ ਦਾ ਸਿਲੇਬਸ ਕੀ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸੈਕਿੰਡ ਟਰਮ ਕਿਉਂਕਿ ਸਾਡੀ ਕਿਤਾਬ ਦੇ 2 ਹਿੱਸੇ ਨੇ, ਪਹਿਲਾਂ ਲਿਖੋ ਪਾਰਟ ਏ। ਪਾਰਟ ਏ, ਪਾਰਟ ਏ ਦੇ ਵਿੱਚ ਤੁਹਾਨੂੰ ਕਿਹੜੇ-ਕਿਹੜੇ ਲੈਸਨਸ ਹੈ? नंबर 1 नौकरशाही ब्यूरोक्रेसी। नंबर 1 नौकरशाही ब्यूरोक्रेसी, ठीक है जी। कंप्लीट लेसन आएगा, ਉਹਦੇ ਚ 2 नंबर 4 नंबर 6 नंबर ਦਾ क्वेश्चन आ सकता है, ठीक है जी। नंबर 2 लेसन लिखो तुसी लोकमत, पब्लिक ओपीनियन। लोकमत पब्लिक ओपीनियन कंप्लीट लेसन आएगा। नंबर 3 दल प्रणाली पार्टी सिस्टम। दल प्रणाली पार्टी सिस्टम। ਹੁਣ ਪਾਰਟੀ ਸਿਸਟਮ ਸਾਡੇ ਪਾਰਟ ਬੀ ਚ ਵੀ ਹੈ, ਬੀ ਪਾਰਟ ਵਾਲੇ ਦੀ ਗੱਲ ਨਹੀਂ ਕਰ ਰਹੀ ਮੈਂ, ਏ ਪਾਰਟ ਦੀ ਗੱਲ ਕਰ ਰਹੀ ਹਾਂ। ਦਲ ਪ੍ਰਣਾਲੀ ਪਾਰਟੀ ਸਿਸਟਮ। ਪਾਰਟੀ ਸਿਸਟਮ ਦੇ ਉੱਤੇ ਜਲਦੀ ਐਜੂਸੈਟ ਦੇ ਉੱਤੇ ਵੀ ਮੈਂ ਲੈਕਚਰ ਪਾਵਾਂਗੀ ਤੇ ਉਹਦਾ ਫਿਰ YouTube ਦੇ ਉੱਤੇ ਵੀ ਮੈਂ ਤੁਹਾਨੂੰ ਲੈਕਚਰ ਪਾਵਾਂਗੀ, ਠੀਕ ਹੈ। ਦਲ ਪ੍ਰਣਾਲੀ, ਇੱਕ ਦਲ ਪ੍ਰਣਾਲੀ, 2 ਦਲੀ, ਬਹੁ ਦਲੀ, single party system, bi-party system, multi-party system, what is parties, what are political parties, what are the functions of political parties, what is opposition party, what is the function of opposition party, what are the merits, what are the demerits, complete ਵੱਡਾ lesson है party system, ठीक है जी। ਉਹ ਨੋਟ ਕਰ ਲਓ। ਚੌਥਾ ਹਿੱਤ ਅਤੇ ਦਬਾਅ ਸਮੂਹ, ਇੰਟਰਸਟ ਐਂਡ ਪ੍ਰੈਸ਼ਰ ਗਰੁੱਪਸ। ਹਿੱਤ ਅਤੇ ਦਬਾਅ ਸਮੂਹ, ਇੰਟਰਸਟ ਐਂਡ ਪ੍ਰੈਸ਼ਰ ਗਰੁੱਪਸ, ਇਹ ਵੀ ਪਾਰਟ ਏ ਦਾ ਲੈਸਨ, ਠੀਕ ਹੈ ਜੀ। ਇਹਦਾ ਪੂਰਾ ਕੰਪਲੀਟ ਲੈਸਨ ਹੈ। ਹਿੱਤ ਸਮੂਹ ਕੀ ਹੁੰਦੇ ਹਨ, ਦਬਾਅ ਸਮੂਹ ਕੀ ਹੁੰਦੇ ਹਨ, ਉਹਨਾਂ ਦੇ ਕਿੰਨੀਆਂ ਕਿਸਮਾਂ ਹੁੰਦੀਆਂ, ਉਹਨਾਂ ਦੇ ਕਿਹੜੇ ਕੰਮ ਹੁੰਦੇ ਆ, ਉਹਨਾਂ ਦੀ ਕੀ ਮਹੱਤਤਾ ਹੁੰਦੀ ਹੈ, ਉਹਨਾਂ ਦੇ ਕੰਮ ਕਰਨ ਦੇ ਕੀ ਤਰੀਕੇ ਹੁੰਦੇ ਆ, ਕੰਪਲੀਟ ਲੈਸਨ। ਸੋ ਇਹ ਪਾਰਟ ਚੋਂ ਕਿੰਨੇ ਲੈਸਨ ਹੋ ਗਏ? 4। ਮੈਂ ਰਿਪੀਟ ਕਰ ਰਹੀ ਹਾਂ। ਨੰਬਰ 1 ਬਿਊਰੋਕ੍ਰੇਸੀ ਨੌਕਰਸ਼ਾਹੀ, ਨੰਬਰ 2 ਲੋਕਮਤ ਪਬਲਿਕ ਓਪੀਨੀਅਨ, ਨੰਬਰ 3 ਦਲ ਪ੍ਰਣਾਲੀ ਪਾਰਟੀ ਸਿਸਟਮ, ਨੰਬਰ 4 ਹਿੱਤ ਸਮੂਹ ਅਤੇ ਦਬਾਅ ਸਮੂਹ, ਇੰਟਰਸਟ ਐਂਡ ਪ੍ਰੈਸ਼ਰ ਗਰੁੱਪਸ। This is your syllabus for the second term from part A। ਇਸ ਤੋਂ ਇਲਾਵਾ ਪਾਰਟ A ਵਿੱਚੋਂ ਕੋਈ ਲੈਸਨ ਨਹੀਂ ਆਏਗਾ। ਇਹ ਜਿਹੜੇ 4 ਲੈਸਨ ਨੇ ਇਹਨਾਂ ਵਿੱਚੋਂ 20 ਨੰਬਰ ਦਾ ਪੇਪਰ ਆਏਗਾ, 20 ਮਾਰਕਸ ਦਾ ਪੇਪਰ ਇਹਦੇ ਵਿੱਚੋਂ ਆਏਗਾ। ਐਮ ਆਈ ਕਲੀਅਰ? ਜੇ ਮੈਂ ਕਲੀਅਰ ਆ ਫਿਰ ਮੈਂ ਅੱਗੇ ਚੱਲਾਂ। यस मैम। ਲੈਸਨ ਦੇ ਨਾਮ ਨੋਟ ਕਰ ਲੈ। ਕੋਈ ਤੁਹਾਨੂੰ ਕਹੇ ਵੀ ਇਹ ਨਹੀਂ ਆਣਾ, ਇਹ ਕੱਟਤਾ, ਇਹ ਨਹੀਂ ਹੋ ਗਿਆ, ਕੁਝ ਨਹੀਂ। ਮੈਂ ਹੁਣ ਤੁਹਾਨੂੰ ਬਿਲਕੁਲ ਬੋਰਡ ਦਾ ਅੱਜ ਫਾਈਨਲ ਪੈਟਰਨ ਦੱਸ ਰਹੀ ਹਾਂ। ਚਾਹੇ ਪੇਪਰ ਮਾਰਚ ਵਿੱਚ ਹੋਣ, ਚਾਹੇ ਪੇਪਰ ਅਪ੍ਰੈਲ ਚ ਹੋਣ, ਚਾਹੇ ਪ੍ਰੀ ਬੋਰਡ ਹੋਣ। ਪ੍ਰੀ ਬੋਰਡ ਦੇ ਪੇਪਰ ਵੀ ਅਸੀਂ ਪਾਏ ਆ, ਪ੍ਰੀ ਬੋਰਡ, ਇਹ ਸਾਰੇ ਦਾ ਸਿਲੇਬਸ, ਠੀਕ ਹੈ ਜੀ। ਉਸ ਤੋਂ ਅੱਗੇ ਆਓ ਪਾਰਟ ਬੀ। ਤੁਹਾਡੀ ਕਿਤਾਬ ਦੇ 2 ਪਾਰਟ ਹੈ, ਪਾਰਟ ਬੀ, ਠੀਕ ਹੈ ਜੀ। ਪਾਰਟ ਬੀ ਚ ਪਹਿਲਾ ਲੈਸਨ ਤੁਸੀਂ ਲਿਖੋ ਨੈਸ਼ਨਲ ਇੰਟੀਗ੍ਰੇਸ਼ਨ, ਰਾਸ਼ਟਰੀ ਏਕੀਕਰਨ। ਪਹਿਲਾ ਲੈਸਨ ਪਾਰਟ ਬੀ ਦਾ ਜੋ ਤੁਹਾਡੀ ਸੈਕਿੰਡ ਟਰਮ ਦੇ ਸਿਲੇਬਸ ਚ ਆਏਗਾ, ਨੈਸ਼ਨਲ ਇੰਟੀਗ੍ਰੇਸ਼ਨ, ਰਾਸ਼ਟਰੀ ਏਕੀਕਰਨ। ਕੰਪਲੀਟ ਵੱਡਾ ਚੈਪਟਰ ਹੈ। ਹੋ ਸਕਦਾ ਮੇਰੀਆਂ ਲਾਈਵ ਕਲਾਸਿਸ ਵੀ ਹੋਣ, ਲਾਈਵ ਕਲਾਸਿਸ ਜੇ ਨਹੀਂ ਵੀ ਹੋਈਆਂ ਤਾਂ ਇਸ ਤੋਂ ਇਲਾਵਾ ਉਹ ਹੋ ਸਕਦਾ ਹੈ ਕਿ ਐਜੂਸੈਟ ਦਾ ਲੈਕਚਰ ਤਾਂ ਮੇਰਾ ਸ਼ੋਰ ਪਿਆ ਹੈ ਮੇਰੇ ਚੈਨਲ ਦੇ ਉੱਤੇ। ਐਜੂਸੈਟ ਦੇ ਚੈਨਲ ਦੇ ਉੱਤੇ ਮੇਰੇ ਵੀ 2 ਚੈਨਲਸ ਨੇ। ਜੇ ਤੁਸੀਂ ਪੰਜਾਬ ਐਜੂਸੈਟ ਸੁਸਾਇਟੀ ਪੋਲੀਟੀਕਲ ਸਾਇੰਸ ਕੱਢੋਗੇ ਤਾਂ ਉੱਥੇ ਵੀ ਮੇਰੇ ਲੈਕਚਰ ਪਏ ਨੇ, ਅਦਰਵਾਈਜ਼ ਮੇਰੇ ਆਪਣੇ ਪਰਸਨਲ ਚੈਨਲ ਤੇ ਵੀ ਪਏ ਨੇ। ਸੋ ਚੈਨਲ ਤੁਸੀਂ ਸਬਸਕ੍ਰਾਈਬ ਕਰਕੇ ਰੱਖਣਾ ਹੈ। ਤੁਹਾਡੇ ਐਗਜ਼ਾਮਸ ਤੱਕ ਚਾਹੇ ਮਾਰਚ ਵਿੱਚ ਹੋਣ ਚਾਹੇ ਅਪ੍ਰੈਲ ਚ ਹੋਣ, ਜਿਸ ਟੌਪਿਕ ਦੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਕੋਲ ਵੀਡੀਓ ਨਹੀਂ ਹੈ, ਅਸੀਂ ਇਹ ਲੈਸਨ ਕਰਨਾ ਚਾਹੁੰਦੇ ਹਾਂ, ਸਾਨੂੰ ਥੋੜਾ ਲੱਗ ਰਿਹਾ, ਸਾਨੂੰ ਸਮਝ ਨਹੀਂ ਆ ਰਿਹਾ, ਤੁਸੀਂ ਬੱਚੇ ਮੈਨੂੰ ਦੱਸੀ ਜਾਣਾ ਹੈ
ਤੇ ਮੈਂ ਤੁਹਾਡੇ ਪੇਪਰਾਂ ਤੱਕ ਵੀਡੀਓਜ਼ ਪਾਈ ਜਾਣੀ ਹੈ। ਕੋਈ ਤੁਹਾਨੂੰ ਸਕੂਲ 'ਚ ਕੋਈ ਕੁਝ ਕਰਵਾ ਰਿਹਾ ਹੈ, ਕੋਈ ਨਹੀਂ ਕਰਵਾ ਰਿਹਾ, ਕੁਛ ਮੈਨੂੰ ਇਹਦੇ ਨਾਲ ਲੈਣਾ ਦੇਣਾ ਨਹੀਂ। ਮੈਂ ਆਪਣੇ ਤੁਹਾਡੇ ਵੀਡੀਓਜ਼ ਪਾਉਂਦੀ ਰਹਿਣਾ, ਬਸ ਤੁਸੀਂ ਮੈਨੂੰ ਦੱਸੀ ਜਾਓ ਕਿ ਮੈਮ ਸਾਨੂੰ ਇਹ ਟੌਪਿਕ ਨਹੀਂ ਕਲੀਅਰ ਹੋ ਰਿਹਾ। ਜਿਹੜੇ ਪੜ੍ਹਨ ਵਾਲੇ ਬੱਚੇ ਮੈਂ ਹਮੇਸ਼ਾ ਕਹਿੰਦੀ ਹਾਂ, ਮੈਂ ਉਹਨਾਂ ਦੇ ਲਈ ਹਮੇਸ਼ਾ ਹੀ, ਚਾਹੇ ਮੈਂ ਘਰੋਂ ਵੀਡੀਓਜ਼ ਪਾਵਾਂ, ਚਾਹੇ ਮੈਂ ਸਕੂਲ ਤੋਂ ਰਿਕਾਰਡ ਕਰਕੇ ਪਾਵਾਂ, ਮੈਂ ਪਾਉਂਦੀ ਰਵਾਂਗੀ ਜਦੋਂ ਤੱਕ ਤੁਹਾਡੇ ਪੇਪਰ ਰਿਵੀਜ਼ਨਸ ਦੀਆਂ, ਮੈਕਸਿਮਮ ਰਿਵੀਜ਼ਨਸ ਦੀਆਂ ਵੀਡੀਓਜ਼ ਮੈਂ ਪਾਉਂਗੀ। ਜਿਹੜਾ ਤੁਹਾਡਾ ਪਹਿਲਾ ਵੀ 40 ਨੰਬਰ ਦਾ ਪੇਪਰ ਆਇਆ ਹੈ, 40 ਦੇ ਵਿੱਚੋਂ 32 ਕੁਐਸਚਨਸ ਉਹ ਆਏ ਹੈ, 32 ਕੁਐਸਚਨਸ ਜਿਹੜੀ ਕਿ ਮੈਂ ਰਿਵੀਜ਼ਨ ਪਾਈ ਸੀ। ਮੈਨੂੰ ਮਤਲਬ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੀ ਰਿਵੀਜ਼ਨ ਮੈਂ ਪਾਈ ਸੀ ਐਜੂਸੈਟ ਦੇ ਉੱਤੇ, 2 ਰਿਵੀਜ਼ਨ ਦੇ ਚੈਪਟਰ ਮੈਂ ਪਾਏ ਸੀ, ਉਹਨਾਂ ਵਿੱਚੋਂ 32 ਕੁਐਸਚਨਸ ਮੈਨੂੰ ਸਟੂਡੈਂਟਸ ਦੇ ਫੋਨ ਆਏ ਹੈ ਕਿ ਮੈਮ 32 ਕੁਐਸਚਨਸ ਆਰ ਫਰੋਮ ਯੂਰ ਰਿਵੀਜ਼ਨ। ਸੋ ਮੈਂ ਤੁਹਾਡੇ ਇਹਨਾਂ ਪੇਪਰਾਂ ਤੋਂ ਪਹਿਲਾਂ ਵੀ ਰਿਵੀਜ਼ਨ ਦੀ ਵੀਡੀਓਜ਼ ਪਾਉਂਗੀ। 2-3 ਪਾਰਟ A ਦੀ ਰਿਵੀਜ਼ਨ, ਪਾਰਟ B ਦੀ ਰਿਵੀਜ਼ਨ, 2-2 ਲੈਸਨ ਦੀ ਰਿਵੀਜ਼ਨ, 4-4 ਲੈਸਨ ਮੈਂ ਪਾਉਂਦੀ ਰਹੂੰ। ਠੀਕ ਹੈ, ਹੁਣ ਆਪਾਂ ਪਾਰਟ B ਦੀ ਗੱਲ ਕਰ ਰਹੇ ਹਾਂ। ਪਹਿਲਾ ਲੈਸਨ ਲਿਖ ਲਓ ਨੈਸ਼ਨਲ ਇੰਟੀਗ੍ਰੇਸ਼ਨ ਰਾਸ਼ਟਰੀ ਏਕੀਕਰਨ। ਦੂਜਾ ਲੈਸਨ ਲਿਖੋ ਭਾਰਤੀ ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ ਜਾਂ ਇੰਡੀਅਨ ਫੋਰਨ ਪਾਲਿਸੀ। ਬਹੁਤ ਇੰਪੋਰਟੈਂਟ ਚੈਪਟਰ ਹੈ, ਬਹੁਤ ਇੰਟਰਸਟਿੰਗ ਐਂਡ ਇੰਪੋਰਟੈਂਟ ਚੈਪਟਰ। ਭਾਰਤੀ ਵਿਦੇਸ਼ ਨੀਤੀ, ਪੂਰਾ ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ, ਵਿਦੇਸ਼ ਨੀਤੀ ਕਿੱਦਾਂ ਹੈ, ਕਿਸ ਨੂੰ ਕਿਹਾ ਜਾਂਦਾ ਹੈ, ਕੀ ਆਧਾਰ ਨੇ ਸਾਰੇ। ਨੰਬਰ 3 ਦੇ ਉੱਤੇ ਲਿਖੋ ਭਾਰਤ ਅਤੇ ਸੰਯੁਕਤ ਰਾਸ਼ਟਰ ਸੰਘ, ਇੰਡੀਆ ਐਂਡ UNO। ਭਾਰਤ ਅਤੇ ਸੰਯੁਕਤ ਰਾਸ਼ਟਰ ਸੰਘ, ਇੰਡੀਆ ਐਂਡ UNO। ਇਹਦੀ ਮੈਂ ਹੁਣ ਰੀਸੈਂਟ ਪਿਛਲੇ 1-1.5 ਮਹੀਨੇ ਦੇ ਵਿੱਚ ਲਾਈਵ ਕਲਾਸਿਸ, UNO ਦੀਆਂ ਲਾਈਵ ਕਲਾਸਿਸ 3-4 ਆਡੀਓ, ਹਾਲਾਂਕਿ ਉਹਨਾਂ ਵਿੱਚ ਹੋ ਸਕਦਾ ਮੇਰੀ ਸ਼ਕਲ ਵਧੀਆ ਨਾ ਆ ਰਹੀ ਹੋਵੇ, ਕਿਉਂਕਿ ਉਹ ਸਕੂਲ 'ਚ ਬੜੀ ਠੰਡ ਦੇ ਵਿੱਚ, ਸਾਡੇ ਸਕੂਲ ਥੋੜੀ ਕੰਸਟਰਕਸ਼ਨ ਚੱਲਣ ਕਰਕੇ ਸਕੂਲ ਤੋੜਿਆ ਹੋਇਆ ਸਾਰਾ, ਬਿਲਡਿੰਗ ਟੁੱਟੀ ਹੋਈ ਹੈ। ਤਾਂ ਉਹਦੇ ਨਾਲ ਕੀ ਹੈ, ਬਿਲਡਿੰਗ ਟੁੱਟਣ ਕਰਕੇ ਸਾਡੇ ਕੋਲ ਰੂਮਸ ਨਹੀਂ ਸੀਗੇ, ਉਧਰੋਂ ਠੰਡ ਬਹੁਤ ਸੀ ਤੇ ਅਸੀਂ ਗੱਡੀ 'ਚ ਬੈਠ ਕੇ ਵੀ ਰਿਕਾਰਡਿੰਗ ਕਰਕੇ ਬੱਚਿਆਂ ਨੂੰ ਪਾਈ ਹੈ। ਹੋ ਸਕਦਾ ਹੈ ਤੁਹਾਨੂੰ ਉਹਦੀ ਕੁਆਲਿਟੀ ਅੱਛੀ ਲੱਗੇ, ਨਾ ਲੱਗੇ, ਜਾਂ ਹੋ ਸਕਦਾ ਤੁਹਾਨੂੰ ਮੇਰੀ ਸ਼ਕਲ ਦੇਖ ਕੇ ਹੀ ਹਾਸਾ ਆ ਜਾਏ ਕਿ ਮੈਮ ਕੀ ਬਣੇ ਹੋਏ ਨੇ, ਬਟ ਉਹ ਸਿਰਫ ਤੁਸੀਂ ਕੰਟੈਂਟ ਸੁਣ ਕੇ ਉਸਨੂੰ ਕਰਨਾ ਹੈ। UNO ਦੇ ਉੱਤੇ ਮੈਂ 3 ਜਾਂ 4 ਕਲਾਸਿਸ ਪਾਈਆਂ। ਸੋ ਭਾਰਤ ਅਤੇ ਸੰਯੁਕਤ ਰਾਸ਼ਟਰ ਸੰਘ। ਅਗਲਾ ਟੌਪਿਕ ਜਿਹੜਾ ਤੁਹਾਨੂੰ B ਪਾਰਟ ਦਾ ਹੈ, ਭਾਰਤ ਅਤੇ ਸਾਰਕ, ਇੰਡੀਆ ਐਂਡ ਸਾਰਕ, ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ, ਇੰਡੀਆ ਐਂਡ ਸਾਰਕ। ਇਹਦੇ ਤੇ ਵੀ ਬੇਟੇ ਰੀਸੈਂਟਲੀ 4 ਕਲਾਸਿਸ ਮੈਂ ਪਾਈਆਂ ਹੋਈਆਂ। ਮੇਰੇ ਬਾਕੀ ਟੀਚਰਸ ਦੇ ਲੈਕਚਰ ਵੀ ਤੁਹਾਨੂੰ YouTube ਤੋਂ ਮਿਲ ਜਾਣਗੇ, ਮੇਰੇ ਵੀ ਮਿਲ ਸਕਦੇ ਹੈ। ਇਸ ਤੋਂ ਇਲਾਵਾ 4 ਲਾਈਵ ਕਲਾਸਿਸ। ਦੇਖੋ ਬੱਚੇ, 2 ਗੱਲਾਂ ਹੈ, ਜਦੋਂ ਤਾਂ ਮੈਂ ਐਜੂਸੈਟ ਤੋਂ ਲੈਕਚਰ ਰਿਕਾਰਡ ਕਰਕੇ ਪਾਨੀ ਹਾਂ, ਉਦੋਂ ਕੀ ਹੈ 40 ਮਿੰਟ ਦੇ ਵਿੱਚ ਮੈਂ ਪੂਰਾ ਲੈਸਨ ਕਵਰ ਕਰਦੀ ਹਾਂ। ਪਰ ਜਦੋਂ ਮੈਂ ਲਾਈਵ ਕਲਾਸ ਪਾ ਰਹੀ ਹਾਂ ਤਾਂ ਬਿਲਕੁਲ ਤੁਹਾਡੇ ਨਾਲ, ਇੱਕ ਤਾਂ ਮੈਂ ਇਸ ਤਰ੍ਹਾਂ, ਤੁਹਾਨੂੰ ਪਤਾ ਹੈ ਕਿ ਮੈਂ ਥੋੜਾ ਵੈਸੇ ਵੀ ਫਾਰਮਲੀ ਨਹੀਂ ਬੋਲਦੀ। ਮੈਂ ਆਪਣੀ ਵੀਡੀਓ ਕਈ ਵਾਰੀ ਆਪ ਸੁਣ ਕੇ ਮੈਨੂੰ ਆਪਣੇ ਆਪ ਨੂੰ ਹਾਸਾ ਆ ਜਾਂਦਾ ਹੈ ਹਨਾ, ਜਿੱਦਾਂ ਅਸੀਂ ਆਪਸ ਵਿੱਚ ਗੱਲਬਾਤ ਕਰ ਰਹੇ ਹੁੰਦੇ ਆ ਹਨਾ, ਸ਼ੁੱਧ ਪੰਜਾਬੀ ਦੇ ਵਿੱਚ, ਲੋਕਲ ਲੈਂਗੁਏਜ ਦੇ ਵਿੱਚ। ਮੈਨੂੰ ਨਹੀਂ ਪਤਾ, ਹੋ ਸਕਦਾ ਤੁਹਾਨੂੰ ਪਸੰਦ ਆਉਂਦਾ ਹੋਏਗਾ। ਕਈ ਬੱਚੇ ਲਿਖ ਦਿੰਦੇ ਆ ਮੈਮ ਅਸੀਂ ਬੜਾ ਲਾਈਕ ਕਰਦੇ ਹਾਂ, ਕਈ ਬੱਚਿਆਂ ਨੂੰ ਲੱਗਦਾ ਕਿ ਨਹੀਂ ਮੈਮ ਨੂੰ ਬੜਾ ਹਾਈ-ਫਾਈ ਤਰੀਕੇ ਦੇ ਨਾਲ ਹੀ ਬੋਲਣਾ ਚਾਹੀਦਾ, YouTube ਦੇ ਉੱਤੇ ਪੈਣੀ ਹੈ। ਬਟ ਮੈਂ ਬਹੁਤ ਸਿੰਪਲ ਤਰੀਕੇ ਦੇ ਨਾਲ, ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ ਬੈਠੇ, ਮੈਂ ਹਮੇਸ਼ਾ ਆਪਣੀ ਵੀਡੀਓਜ਼ 'ਚ ਐਜੂਸੈਟ ਤੇ ਤਾਂ ਫਿਰ ਮੈਂ ਥੋੜਾ ਫਾਰਮਲੀ ਮੈਂ ਬੋਲਦੀ ਹਾਂ। ਅਦਰਵਾਈਜ਼ ਮੈਂ ਜਦੋਂ ਕਲਾਸ ਲੈਂਦੀ ਹਾਂ, ਕਲਾਸ ਦੇ ਵਿੱਚ ਤਾਂ ਮੈਂ ਬਿਲਕੁਲ ਲੋਕਲ ਲੈਂਗੁਏਜ ਦੇ ਵਿੱਚ, ਘਰੇਲੂ ਲੈਂਗੁਏਜ ਦੇ ਵਿੱਚ, ਇੱਕ ਪੇਂਡੂ ਲੈਂਗੁਏਜ 'ਚ ਗੱਲ ਕਰਦੀ ਹਾਂ, ਤਾਂ ਜੋ ਮੈਂ ਤੁਹਾਡੇ ਦਿਲ ਤੱਕ ਪਹੁੰਚ ਸਕਾਂ ਤੇ ਤੁਹਾਡੀ ਗੱਲ, ਤੁਸੀਂ ਮੇਰੀ ਗੱਲ ਅੰਡਰਸਟੈਂਡ ਕਰ ਸਕੋ। ਠੀਕ ਹੈ, ਸੋ ਉਹ ਯਾਦ ਰੱਖਿਓ, ਸਾਰਕ ਦੇ ਉੱਤੇ ਮੈਂ 4 ਵੀਡੀਓਜ਼ ਪਾਈਆਂ। ਉਸ ਤੋਂ ਅਗਲੀ ਗੱਲ, ਸਾਰਕ ਤੋਂ ਅੱਗੇ ਬੱਚੇ ਤੁਸੀਂ ਆ ਜਾਓ, ਭਾਰਤ ਦੇ ਵਿਦੇਸ਼ੀ ਦੇਸ਼ਾਂ ਨਾਲ ਸੰਬੰਧ। ਨੋਟ ਕਰੋ, ਇਹਨੂੰ ਜਰਾ ਧਿਆਨ ਨਾਲ ਨੋਟ ਕਰਿਓ। ਇੰਡੀਆਜ਼ ਰਿਲੇਸ਼ਨ ਵਿਦ ਅਦਰ ਕੰਟਰੀਜ਼। ਅਦਰ ਕੰਟਰੀਜ਼ ਦੇ ਰਿਲੇਸ਼ਨ 'ਚ ਤੁਹਾਡੇ ਸਿਲੇਬਸ ਦੇ ਵਿੱਚ ਕਿਹੜੇ-ਕਿਹੜੇ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਨੇ, ਨੋਟ ਕਰੋ। ਭਾਰਤ ਦੇ ਪਾਕਿਸਤਾਨ, ਕੌਮਾ, ਚੀਨ, ਕੌਮਾ, ਸ਼੍ਰੀਲੰਕਾ, ਕੌਮਾ, नेपाल, कौमा, बांग्लादेश। पाकिस्तान, चीन, श्रीलंका, नेपाल, बांग्लादेश।
पिछले साल कोरोना करके काफी टॉपिक कट्टे सी, पर इस बार नहीं कट्टे। पाकिस्तान, चीन, श्रीलंका, नेपाल, बांग्लादेश, ये साडे गुआंढी देश ने सारे, तुहानूं पता है। इन्हां दे नाल भारत दे संबंध, उस तो अगे भारत दा अमरीका अते रूस नाल संबंध, ये सारे नोट कर लो, ये सारे तुहाडे सिलेबस च ने। हुण मैं किहड़े-किहड़े देशां नाल कहता, भारत दा पाकिस्तान, चीन, नेपाल, श्रीलंका, बांग्लादेश नाल संबंध, उस तो इलावा भारत दे रशिया अते अमेरिका नाल संबंध। हुण ये जिहड़े 8-9 देशां नाल संबंध ने, ये बहुत किताबां च बहुत डिटेल है, नॉलेज बहुत है। जे तुसीं सारी बुक दा एक-एक अखर पढ़ सकदे हो, ਉਹਦੇ ਵਰਗੀ ਰੀਸ ही नहीं। तो मस्त है, मतलब पढ़ो। ਜਿਹੜੇ ਬੱਚੇ ਇੰਟੈਲੀਜੈਂਟ ਪੜੋ, ਬਹੁਤ ਟਾਈਮ ਹੈ ਆਪਣੇ ਕੋਲ। ਜੇ ਪੇਪਰ ਲੇਟ ਹੋ ਗਏ, ਬਹੁਤ ਟਾਈਮ ਹੈ, ਪੜੋ। ਤੁਹਾਡੀ ਤੁਸੀਂ BA MA ਤੱਕ ਤੁਹਾਡੀ ਹੈਲਪਫੁਲ ਹੋਏਗਾ। ਬਟ ਜੇ ਤੁਸੀਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕਰਨਾ ਚਾਹੁੰਦੇ ਹੋ, ਕਿੰਨਾ ਕੁ ਕਰਨਾ ਹੈ, ਕਿੰਨਾ ਕਰਨਾ ਹੈ, ਇਹ ਮੇਰੇ ਆਲਰੇਡੀ ਐਜੂਸੈਟ ਦੇ ਲੈਕਚਰਸ YouTube ਤੇ ਪਏ ਨੇ। ਤੁਸੀਂ ਭਾਰਤ ਪਾਕਿਸਤਾਨ ਕੱਢ ਲਓ, ਭਾਰਤ ਚੀਨ ਕੱਢ ਲਓ, ਸ਼੍ਰੀਲੰਕਾ ਕੱਢ ਲਓ, ਨੇਪਾਲ। ਪਰ ਫਿਰ ਵੀ ਜੇ ਹੁਣ ਮੈਂ ਲਾਈਵ ਕਲਾਸਿਸ ਪੇਪਰਾਂ ਤੱਕ ਲੈਂਦੀ ਰਵਾਂਗੀ, ਰਿਕਾਰਡਿੰਗ ਪਾਉਂਦੀ ਰਵਾਂਗੀ YouTube ਤੇ ਵੀ, ਟੀਚਮੈਂਟ ਦੇ ਉੱਤੇ ਵੀ ਕਲਾਸ ਲੈ ਕੇ, ਇਹ ਤੁਸੀਂ ਇਹ ਦੇਸ਼ਾਂ ਨਾਲ ਸਾਰੇ ਸੰਬੰਧ ਤੁਹਾਡੇ ਪ੍ਰੀ ਬੋਰਡ 'ਚ ਵੀ ਆਣੇ ਆ ਅਤੇ ਬੋਰਡ 'ਚ ਵੀ ਆਣੇ ਆ, ਨੋਟ ਕਰ ਲਓ। ਠੀਕ ਹੈ ਜੀ। ਐਂਡ ਲਾਸਟ ਵਨ ਇਜ਼ ਸੰਸਾਰ ਦੇ ਮੁੱਦਿਆਂ ਪ੍ਰਤੀ ਭਾਰਤ ਦਾ ਦ੍ਰਿਸ਼ਟੀਕੋਣ। The emerging trends, India's approach towards the emerging trends of the world, major issues, या संसार ਦੇ ਮੁੱਖ ਮੁੱਦੇ, ਮੇਜਰ ਇਸ਼ੂਜ਼ ਆਫ ਦੀ ਵਰਲਡ, ਉਹਦੇ ਪ੍ਰਤੀ ਇੰਡੀਆ ਦਾ ਕੀ ਅਪਰੋਚ ਹੈ, ਭਾਰਤ ਕੀ ਸੋਚਦਾ ਹੈ। ਇਹਦੇ ਵਿੱਚ ਤੁਹਾਡੇ 3 ਟੌਪਿਕ ਨੇ। ਨੰਬਰ 1 ਇਜ਼ ਮਨੁੱਖੀ ਅਧਿਕਾਰ, ਹਿਊਮਨ ਰਾਈਟਸ। ਹਿਊਮਨ ਰਾਈਟਸ ਕੀ ਹੈ, ਹਿਊਮਨ ਰਾਈਟਸ ਬਾਰੇ ਭਾਰਤ ਕੀ ਸੋਚਦਾ ਹੈ, ਭਾਰਤ ਨੇ ਕੀ ਕੀਤਾ ਹਿਊਮਨ ਰਾਈਟਸ ਨੂੰ। ਦੂਸਰਾ ਜਿਹੜਾ ਅੱਜ ਕੱਲ੍ਹ ਸਾਡਾ ਟੌਪਿਕ ਚੱਲ ਰਿਹਾ, ਨਿਸ਼ਸਤਰੀਕਰਨ ਕੀ ਹੈ। ਨਿਸ਼ਸਤਰੀਕਰਨ ਮੈਨੇ ਡਿਸਆਰਮਾਮੈਂਟ ਐਂਡ ਇੰਡੀਆ। ਨਿਸ਼ਸਤਰੀਕਰਨ ਕੀ ਹੈ, ਨਿਸ਼ਸਤਰੀਕਰਨ ਸੰਬੰਧੀ ਭਾਰਤ ਦਾ ਕੀ ਦ੍ਰਿਸ਼ਟੀਕੋਣ, ਭਾਰਤ ਦਾ ਕੀ ਰੋਲ ਹੈ। ਅੱਜ ਮੈਂ ਵੀਡੀਓ ਪਾਈ ਹੈ ਇੱਕ ਪਾਰਟ, ਕੱਲ ਦੂਸਰਾ ਪਾਰਟ ਪਾਵਾਂਗੀ। ਤੀਸਰਾ ਨਿਸ਼ਸਤਰੀਕਰਨ, ਤੀਸਰਾ ਵਿਸ਼ਵੀਕਰਨ, ਗਲੋਬਲਾਈਜੇਸ਼ਨ, ਹਿਊਮਨ ਰਾਈਟਸ, ਡਿਸਆਰਮਾਮੈਂਟ ਐਂਡ ਗਲੋਬਲਾਈਜੇਸ਼ਨ। ਪੰਜਾਬੀ ਦੇ ਵਿੱਚ ਅਸੀਂ ਕਹੀਏ ਤਾਂ ਮਨੁੱਖੀ ਅਧਿਕਾਰ, ठीक है। निशस्त्रीकरण, नंबर 3 विश्वीकरण, संसारीकरण भी कहते हैं। विश्वीकरण, विश्व मैंने संसारीकरण। इन्हां 3 मुद्दों प्रति भारत का दृष्टिकोण, ये अजकल जिहड़ा साडा मेरा अजकल जो टॉपिक चल रहा है। हाले मैं इंडिया के बाकी देशों नाल रिलेशन लाइव क्लासेस नहीं लईयां, मैं हले नहीं पाईयां। सो मैं हौली हौली पा भी देवांगी। ਉਹਦੇ ਲਈ फिर भी मैं बच्चों को कहा कि इन केस ਤੁਸੀਂ ਆਪਣੇ ਪ੍ਰੀ ਬੋਰਡ ਲਈ ਤਿਆਰ ਕਰਨਾ ਚਾਹੁੰਦੇ ਹੋ ਤਾਂ ਮੇਰੇ ਆਲਰੇਡੀ ਲੈਕਚਰਸ ਪਏ ਹੋ, ਤੁਸੀਂ ਦੇਖੋ, ਤੁਹਾਡੇ ਲਈ ਮੋਰ ਦੈਨ ਸਫੀਸ਼ੀਐਂਟ। ਠੀਕ ਹੈ। ਆਈ ਥਿੰਕ ਕਿ ਜਿਹੜਾ ਸਿਲੇਬਸ ਮੈਂ ਤੁਹਾਨੂੰ ਦੱਸ ਦਿੱਤਾ, B ਪਾਰਟ ਦਾ ਸਿਲੇਬਸ ਥੋੜਾ ਜ਼ਿਆਦਾ, B ਪਾਰਟ ਦਾ ਸਿਲੇਬਸ ਬਿਲਕੁਲ ਥੋੜਾ ਜ਼ਿਆਦਾ। ਜਸਟ ਇੱਕ ਵਾਰ ਮੈਂ ਬੁੱਕ ਨਾਲ ਵੀ ਕੰਸਲਟ ਕਰ ਲਾਂ ਕਿ ਕੋਈ ਟੌਪਿਕ ਰਹਿ ਨਾ ਗਿਆ ਹੋਵੇ। ਨਹੀਂ, ਆਈ ਥਿੰਕ यस, बस मैं देख लिया। ठीक है जी। सो बी पार्ट दे मैं रिपीट कर रही हूँ, नेशनल इंटीग्रेशन, राष्ट्रीय एकीकरण, बहुत ही सौखा लैसन है। ठीक है। उस तो बाद तुसी आ जाओ फॉरेन पॉलिसी, फिर उस तो बाद आ जाओ इंडिया एंड UNO, संयुक्त राष्ट्र संघ दे उत्ते कंप्लीट। फिर तुसी आ जाओ इंडिया एंड सार्क दे उत्ते कंप्लीट चैप्टर। उस तो बाद तुसी आ जाओ भारत दे 9 देशां दे नाल संबंध। ठीक है। उस तो लास्ट विच भारत दी संसार के मुख्य मुद्दों प्रति भारत का दृष्टिकोण, इंडिया से अप्रोच। उहदे 3 मुद्दे ने, मनुखी अधिकारां दा मुद्दा असीं डिस्कस करांगे, हथियारां दा असीं करांगे, निशस्त्रीकरण, ते तीसरा असीं विश्वीकरण। दैट्स ऑल। ये जिहड़े B पार्ट दे ने, इहदे चों 20 नंबर का पेपर आएगा, 20+20 40। हुण मैनूं पहला ये दस दो कि कोई पॉइंट जिहड़ा कि तुहाडे दिमाग च आ रहा होवे, कोई क्वेश्चन, then I will reply. Yes. नो हाँ जी, मैम। बिल्कुल ओके। हाँ जी मैम। पैटर्न पता लग गया। 2 नंबर, 4 नंबर, पैरे चो कढ़ना 6 नंबर। सिलेबस पार्ट A, पार्ट B, 20 नंबर उधर, 20 नंबर उधर।
ਥੋੜੇ ਬਹੁਤੇ ਅੱਗੇ ਪਿੱਛੇ ਹੋ ਵੀ ਸਕਦੇ ਆ, ਪੈਰਾ ਕਿਸੇ ਚ ਲਿਆ ਜਾ ਸਕਦਾ ਹੈ। ਐਮ ਆਈ ਕਲੀਅਰ? ਹੁਣ Yes, ਤੁਸੀਂ ma'am. ਬਿਲਕੁਲ ਜਦੋਂ ਤੁਹਾਨੂੰ ਲੱਗੇ ਤੁਸੀਂ ਭੁੱਲ ਗਏ ਕਿ ਮੈਮ ਨੇ ਕੀ ਦੱਸਿਆ ਸੀ, ਚੁੱਪ ਕਰਕੇ YouTube ਦੇ ਉੱਤੇ ਮੈਂ ਪਾ ਦਾਂਗੀ ਸਿਲੇਬਸ ਐਂਡ ਪੇਪਰ ਪੈਟਰਨ। ਤੁਸੀਂ ਇਹਨੂੰ ਸੁਣੋ ਆਰਾਮ ਦੇ ਨਾਲ ਤੇ ਆਪਣੀ ਤਿਆਰੀ ਕਰੋ। ਤੁਹਾਨੂੰ ਕੋਈ ਕਹਿੰਦਾ ਨਹੀਂ ਇਹ ਨਹੀਂ ਆਣਾ, ਇਹ ਆਣਾ ਹੈ, ਇਹ ਕੱਟ ਗਿਆ ਇਸ ਵਾਰੀ, ਉਹ ਕੱਟ ਗਿਆ। ਬੜੇ ਬੱਚੇ ਮੈਨੂੰ ਰੋਜ਼ ਹੀ ਵਿਚਾਰੇ ਕਨਫਿਊਜ਼ ਹੋ ਕੇ ਇਵਨ ਟੀਚਰਸ ਪੁੱਛਦੇ ਰਹਿੰਦੇ ਕਿ ਮੈਮ ਇਹ ਕੱਟਿਆ ਸੀ, ਇਹ ਹੁਣ ਹੈਗਾ ਕਿ ਨਹੀਂ, ਇਹ ਹੈਗਾ ਮੈਡਮ ਕਿ ਨਹੀਂ ਹੈਗਾ, ਤੇ ਪਿਛਲੇ ਸਾਲ ਇਹ ਕੱਟਿਆ ਸੀ ਕਿਉਂਕਿ ਕਰੋਨਾ ਕਰਕੇ ਤੁਹਾਨੂੰ ਪਤਾ ਬਹੁਤ ਕੰਮ ਖਰਾਬ ਹੋ ਗਿਆ। ਸੋ ਬਿਲਕੁਲ ਕਲੀਅਰ ਕੱਟ ਜਦੋਂ ਤੁਸੀਂ ਫਾਈਨਲ ਪੇਪਰ ਤੱਕ ਜਾਣਾ ਹੈ, ਤੁਸੀਂ ਇਸ ਚੀਜ਼ ਨੂੰ, ਇਸ ਵੀਡੀਓ ਨੂੰ ਜਦੋਂ ਮਰਜ਼ੀ ਦੇਖ ਸਕਦੇ ਹੋ। ਇੱਕ ਮੈਂ ਅੱਗੇ ਬੱਚਿਆਂ ਨੂੰ ਸੀ ਕਹਿੰਦੀ, ਹੁਣ ਮੈਂ ਜ਼ਰੂਰ ਕਹਿੰਦੀ ਆ ਕਿ ਇਨ ਕੇਸ ਤੁਹਾਨੂੰ ਮੇਰਾ ਪੜਾਇਆ ਹੋਇਆ ਸਮਝ ਆ ਰਿਹਾ ਹੈ, ਜੀ ਇਨ ਕੇਸ ਤੁਹਾਨੂੰ ਵਧੀਆ ਲੱਗਦਾ ਹੈ, ਤਾਂ ਇੱਕ ਲਾਈਕ ਦਾ ਬਟਨ ਦੱਬ ਦਿਆ ਕਰੋ। ਠੀਕ ਹੈ, ਤੁਹਾਡੇ ਲਾਈਕਸ ਆ ਜਾਣਗੇ ਤੇ ਮੈਨੂੰ ਵੀ ਖੁਸ਼ੀ ਹੁੰਦੀ ਹੈ, ਮੈਨੂੰ ਵੀ ਇਨਕਰੇਜਮੈਂਟ ਮਿਲਦੀ ਹੈ। ਹੋਰ ਮੈਂ ਕਿਸੇ ਕੰਮ ਚੀਜ਼ ਲਈ ਕੰਮ ਨਹੀਂ ਕਰ ਰਹੀ, ਮੈਂ ਸਿਰਫ ਇਨਕਰੇਜਮੈਂਟ ਲਈ ਕੰਮ ਕਰਦੀ ਹਾਂ। ਸੋ ਉਹ ਜ਼ਰੂਰ ਕਰਦਿਆ ਕਰੋ। ਫਿਰ ਵੀ ਇਸ ਤੋਂ ਇਲਾਵਾ ਤੁਸੀਂ ਸਾਰੇ ਪੂਰੇ ਪੰਜਾਬ ਦੇ ਸਟੂਡੈਂਟਸ, ਨਾ ਸਿਰਫ ਜਿਹੜੇ ਕਲਾਸ ਲਗਾ ਰਹੇ ਆ ਬਲਕਿ ਪੂਰੇ ਪੰਜਾਬ ਦੇ ਸਟੂਡੈਂਟਸ ਕਿਸੇ ਟੌਪਿਕ ਨੂੰ ਸਮਝਣਾ ਚਾਹੁੰਦੇ ਆ, ਕਿਸੇ ਟੌਪਿਕ ਦੇ ਉੱਤੇ ਲਾਈਵ ਕਲਾਸਿਸ ਲੈਣਾ ਚਾਹੁੰਦੇ ਆ, 40 ਮਿੰਟ ਦਾ ਲੈਕਚਰ ਮੇਰਾ ਪਿਆ ਹੈ, ਤੁਸੀਂ ਉਹਨੂੰ 2-3 ਪਾਰਟਸ ਵਿੱਚ ਸੁਣਨਾ ਚਾਹੁੰਦੇ ਹੋ, ਡਿਟੇਲ ਸੁਣਨਾ ਚਾਹੁੰਦੇ ਹੋ, ਮੈਨੂੰ ਪਲੀਜ਼ ਮੈਸੇਜ ਕਰ ਦਿਆ ਕਰੋ। ਤੇ ਹੋਰ ਜਿੰਨੇ ਹੋ ਸਕਦਾ ਹੈ ਵੱਧ ਤੋਂ ਵੱਧ ਬੱਚਿਆਂ ਨੂੰ, ਪੰਜਾਬ ਦੇ ਕਿੰਨੇ ਹੀ ਬੱਚੇ ਪਲੱਸ 2 ਦੇ ਜਿਨ੍ਹਾਂ ਨੂੰ ਨਹੀਂ ਪਤਾ, ਸੋ ਇਹ ਵਿਦਿਆ ਨੂੰ ਇੱਕ ਦਾਨ ਸਮਝ ਕੇ ਅੱਗੇ ਤੋਂ ਅੱਗੇ ਫੈਲਾਓ ਤੇ ਮੈਕਸਿਮਮ ਬੱਚਿਆਂ ਨੂੰ, ਚਾਹੇ ਟੀਚਮੈਂਟ ਦੇ ਉੱਤੇ ਮੈਨੂੰ ਰਿਕੁਐਸਟ ਭੇਜ ਦਿਓ, ਮੈਂ ਜੁਆਇਨ ਕਰਾ ਲਿਆ ਕਰਾਂਗੀ, ਅਦਰਵਾਈਜ਼ YouTube ਦੇ ਉੱਤੇ ਮੈਂ ਲੈਕਚਰ ਪਾ ਦੇਣਾ, ਤੁਸੀਂ ਉੱਥੋਂ ਦੇਖ ਸਕਦੇ ਹੋ। ਫਿਰ ਵੀ ਤੁਹਾਡੀ ਕੋਈ ਕੁਐਰੀ ਹੁੰਦੀ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ। ਕੋਈ ਟੈਨਸ਼ਨ ਨਹੀਂ ਲੈਣੀ, ਆਰਾਮ ਨਾਲ ਆਪਣਾ ਪ੍ਰੀ ਬੋਰਡ ਦਿਓ ਤੇ ਉਸ ਤੋਂ ਬਾਅਦ ਆਪਣੇ ਬੋਰਡਸ ਦੀ ਤਿਆਰੀ ਕਰੋ, ਆਪਣੇ ਕੋਲ ਟਾਈਮ ਬਹੁਤ ਹੈ। ਬਟ ਪ੍ਰੀ ਬੋਰਡ ਥੋੜਾ ਜਿਹਾ ਧਿਆਨ ਨਾਲ ਦਿਓ, ਸਿਰਫ ਇਸ ਕਰਕੇ ਮੇਰੀ ਆਪਣੀ ਬੇਟੀ ਪਲੱਸ 2 ਚ CBSE ਚ, ਮੈਂ ਉਹਨੂੰ ਅੱਜ ਇਹੀ ਗੱਲ ਕਹਿ ਰਹੀ ਸੀ ਕਿ ਬੇਟੇ ਪ੍ਰੀ ਬੋਰਡ ਥੋੜਾ ਧਿਆਨ ਨਾਲ ਦੇਣਾ, ਕਿਉਂਕਿ ਇੱਕ ਰੱਬ ਨਾ ਕਰੇ ਜੇ ਫਿਰ ਕਰੋਨਾ ਦੀ ਲਹਿਰ ਆ ਗਈ ਤਾਂ ਤੁਹਾਡੇ ਪ੍ਰੀ ਬੋਰਡ ਦੇ ਨੰਬਰ ਹੀ ਜੁੜ ਜਾਣੇ ਆ, ਹੋ ਸਕਦਾ ਫਾਈਨਲ ਫਿਰ ਨਾ ਹੋ। ਵੈਸੇ ਹੋਏਗਾ, ਇਟ ਇਜ਼ ਨਾਟ ਪੋਸੀਬਲ, ਹੈ ਨਾ। ਅਸੀਂ ਪਰਮਾਤਮਾ ਤੋਂ ਵੈਸੇ ਵੀ ਚੰਗਾ ਮੰਨਦੇ ਹਾਂ ਕਿ ਵਾਹਿਗੁਰੂ ਕਰੇ ਹੁਣ ਕਰੋਨਾ ਹਮੇਸ਼ਾ ਲਈ ਖਤਮ ਹੋ ਜੇ ਜਾਂ ਸਾਡੀ ਜਾਨ ਕਰੋਨਾ ਤੋਂ ਛੁੱਟ ਜੇ। ਪੇਪਰਾਂ ਕਰਕੇ ਕਦੇ ਵੀ ਇਹ ਅਰਦਾਸ ਨਾ ਕਰਿਓ ਵੀ ਰੱਬਾ ਫਿਰ ਕਰੋਨਾ ਆ ਜੇ, ਨਾ, ਇਸ ਤਰ੍ਹਾਂ ਦੀ ਗੰਦੀ ਅਰਦਾਸ ਆਪਾਂ ਨੇ ਨਹੀਂ ਕਰਨੀ। ਪਰ ਇਨ ਕੇਸ ਪਰਮਾਤਮਾ ਦਾ ਕੋਈ ਪਤਾ ਨਹੀਂ, ਜੇ ਆ ਜਾਂਦਾ ਤਾਂ ਤੁਹਾਡੇ ਪ੍ਰੀ ਬੋਰਡ ਦੇ ਨੰਬਰ ਜੁੜਨੇ, ਇਸ ਕਰਕੇ ਪ੍ਰੀ ਬੋਰਡ ਨੂੰ ਧਿਆਨ ਨਾਲ ਦਿਓ, ਆਰਾਮ ਨਾਲ ਦਿਓ, ਕੋਸ਼ਿਸ਼ ਕਰਨਾ ਕੁਐਸਚਨ ਛੱਡ ਕੇ ਕੋਈ ਨਹੀਂ ਆਣਾ। ਜੇ ਲਿਖਿਆ ਹੋਏਗਾ ਤਾਂ ਨੰਬਰ ਮਿਲੇਗਾ, ਬੰਦਾ 2 ਨੰਬਰ ਨਹੀਂ ਦਊਗਾ, 1 ਦੇ ਦੇਗਾ, 1 ਨਹੀਂ ਦੇਗਾ, ਅੱਧਾ ਦੇਗਾ। 4 ਨੰਬਰ ਦੇ 4 ਕੁਐਸਚਨ ਹੈ, ਜੇ ਤੁਸੀਂ ਲਿਖੇ ਹੀ ਨਹੀਂ ਤਾਂ 4 ਨੰਬਰ ਗਿਆ, ਜੇ 2 ਨਹੀਂ ਲਿਖੇ ਤਾਂ 8 ਨੰਬਰ ਗਏ, ਜੇ ਅੱਧੇ ਅੱਧੇ ਵੀ ਲਿਖੇ, 2-2 3-3 ਲਾਈਨਾਂ ਵੀ ਲਿਖੀਆਂ ਤਾਂ ਵੀ ਅਗਲਾ 2 ਚੋਂ 2-2 ਦੇਗਾ, ਤਾਂ ਵੀ ਤੁਹਾਡੇ 2 ਚੌਕੇ 8 ਨੰਬਰ ਬਣ ਗਏ। ਸੋ ਪਲੀਜ਼ ਕਦੇ ਵੀ ਕੋਈ ਕੁਐਸਚਨ ਨਹੀਂ ਛੱਡਣਾ, ਕਨਸੈਪਟ ਸਮਝੋ, ਹਰੇਕ ਲੈਸਨ ਦਾ ਕਨਸੈਪਟ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਏਕੀਕਰਨ ਵਿੱਚ ਲੈਸਨ ਚ ਕੀ ਹੈ, ਸਾਰਕ ਕੀ ਹੈ, UNO ਕੀ ਹੈ, ਵਿਸ਼ਵੀਕਰਨ ਕੀ ਹੈ, ਨਿਸ਼ਸਤਰੀਕਰਨ ਕੀ ਹੈ, ਦਲ ਪ੍ਰਣਾਲੀ ਕੀ ਹੈ। ਲੈਸਨ ਦੇ ਬੇਸ ਨੂੰ ਸਮਝੋ, ਪਿਆਰ ਨਾਲ ਪੜੋ, ਪਿਆਰ ਨਾਲ ਪੜੋ, ਦਿਲ ਲਾ ਕੇ ਪੜੋ, ਸਮਝ ਕੇ ਪੜੋ, ਟੈਨਸ਼ਨ ਨਾਲ ਨਾ। ਬੜੇ ਬੱਚੇ ਮੈਨੂੰ ਫੋਨ ਕਰਕੇ ਕਹਿ ਦਿੰਦੇ ਮੈਮ ਸਾਨੂੰ ਬੜੀ ਟੈਨਸ਼ਨ ਹੋਈ ਪਈ। ਜਦੋਂ ਮੈਂ ਪੜ੍ਹਦੀ ਸੀ ਮੈਂ ਵੀ ਬੜੀ ਟੈਨਸ਼ਨ ਲੈਂਦੀ ਸੀ, ਬਹੁਤ ਜ਼ਿਆਦਾ ਟੈਨਸ਼ਨ ਲੈਂਦੀ ਸੀ। ਬਟ ਟੈਨਸ਼ਨ ਨਾਲ ਨਾ ਪੜੋ, ਗਿਆਨ ਲਈ ਪੜੋ, ਰਿਲੈਕਸ ਹੋ ਕੇ ਪੜੋ, ਸਮਝ ਕੇ ਪੜੋ। ਠੀਕ ਹੈ, ਹੋਰ ਕੋਈ ਕੁਐਰੀਜ਼ ਹੋਏ ਤਾਂ ਮੈਨੂੰ ਜ਼ਰੂਰ ਦੱਸਣਾ, ਵੀਡੀਓਜ਼ ਲਾਈਕ ਜ਼ਰੂਰ ਕਰ ਦਿਆ ਕਰੋ। ਹੋਰ ਕੁਝ ਵੀ ਹੁੰਦਾ ਤਾਂ ਤੁਸੀਂ ਮੇਰੇ ਨਾਲ ਕਿਸੇ ਵੀ ਟਾਈਮ ਗੱਲਬਾਤ ਕਰ ਸਕਦੇ ਹੋ, ਮੈਨੂੰ ਮੈਸੇਜ ਕਰ ਸਕਦੇ ਹੋ। ਸੋ ਪੇਪਰ ਪੈਟਰਨ ਐਂਡ ਸਿਲੇਬਸ ਇਜ਼ ਫਾਈਨਲ, ਸੋ ਤੁਸੀਂ ਇਹਨੂੰ ਹੀ ਫੋਲੋ ਕਰਨਾ ਹੈ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ, ਲਵ ਯੂ ਆਲ, ਥੈਂਕ ਯੂ ਬੇਟੇ।